सत श्री अकाल जी सारिਆਂ ਨੂੰ होप ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਕਰਾਂਗੇ ਕਲਾਸ ਨੰਬਰ 10 ਦਾ ਪਾਰਟ ਨੰਬਰ 3 ਯੂਨਿਟ ਆਪਣੀ ਚੱਲ ਰਹੀ ਹੈ ਫਾਈਨੈਂਸ਼ੀਅਲ ਅਕਾਊਂਟਿੰਗ। ਟੌਪਿਕ ਆਪਣਾ ਸਟਾਰਟ ਕੀਤਾ ਸੀ ਅਸੀਂ ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ। ਹੁਣ ਇਸ ਟੌਪਿਕ ਦੇ ਵਿੱਚ ਆਪਣੀ 2 ਕਲਾਸਿਸ ਆਲਰੇਡੀ ਹੋ ਚੁੱਕੀਆਂ ਹੈ। ਇੱਕ ਆਪਣੀ ਕਲਾਸ ਸੀਗੀ ਬੇਸਿਕਸ ਵਾਲੀ ਜਿਹਦੇ ਵਿੱਚ ਆਪਾਂ ਬੈਲੈਂਸਿਸ ਵਗੈਰਾ ਦੇਖੇ, ਅਪਰੋਚਿਸ ਦੇਖੇ, ਨੀਡ ਦੇਖਿਆ, ਮੀਨਿੰਗ ਦੇਖਿਆ। ਠੀਕ ਹੈ। ਸੈਕਿੰਡ ਕਲਾਸ ਵੈਰੀ ਇੰਪੋਰਟੈਂਟ ਕਲਾਸ ਆਫ ਦਿਸ ਚੈਪਟਰ ਆਪਾਂ ਕੀਤੇ ਕੌਜ਼ਿਸ ਆਫ ਡਿਫਰੈਂਸਿਸ। ਠੀਕ ਹੈ। ਡਿਫਰੈਂਸਿਸ ਆਉਣ ਦੇ ਕਿਹੜੇ ਕਾਰਨ ਨੇ, ਅਤੇ ਜੇ ਅੱਜ ਦੀ ਕਲਾਸ ਮੈਂ ਕਹਾਂ ਤਾਂ ਜਿਨ੍ਹਾਂ ਨੇ ਕੌਜ਼ਿਸ ਦੇਖੇ ਹੈ, ਕੌਜ਼ਿਸ ਵਾਲੀ ਕਲਾਸ ਕੀਤੀ ਹੈ, ਉਹਨਾਂ ਨੂੰ ਹੀ ਅੱਜ ਦੀ ਕਲਾਸ ਜ਼ਿਆਦਾ ਵਧੀਆ ਤਰੀਕੇ ਨਾਲ ਅਤੇ ਈਜ਼ੀ ਸਮਝ ਆਊਗੀ। ਜਿਨ੍ਹਾਂ ਨੇ ਕੌਜ਼ਿਸ ਵਾਲੀ ਕਲਾਸ ਨਹੀਂ ਦੇਖੀ ਪਲੀਜ਼ ਪਹਿਲਾਂ ਉਹ ਕਲਾਸ ਦੇਖੋ, ਫਿਰ ਅੱਜ ਵਾਲੀ ਕਲਾਸ ਦੇਖਣਾ। ਠੀਕ ਹੈ। ਸੋ ਪਹਿਲਾਂ ਆਪਾਂ ਥੋੜ੍ਹਾ ਜਿਹਾ ਰਿਕੋਲ ਕਰ ਲੈਂਦੇ ਹਾਂ ਕਿ ਕੈਸ਼ ਬੁੱਕ ਦੇ ਅਕੋਰਡਿੰਗ ਬੈਲੈਂਸਿਸ ਕਿਹੜੇ ਹੁੰਦੇ ਹੈ ਅਤੇ ਪਾਸਬੁੱਕ ਦੇ ਅਕੋਰਡਿੰਗ ਬੈਲੈਂਸਿਸ ਕਿਹੜੇ ਹੁੰਦੇ ਹੈ, ਕਿਉਂਕਿ ਅੱਜ ਆਪਾਂ ਅਪਰੋਚਿਸ ਸਟਾਰਟ ਕਰਾਂਗੇ। ਅਪਰੋਚਿਸ ਦੇ ਵਿੱਚੋਂ ਤੁਹਾਨੂੰ ਪਤਾ 2 ਅਪਰੋਚਿਸ ਹੈ, ਇੱਕ ਹੈਗੀ ਹੈ ਐਜ਼ ਪਰ ਕੈਸ਼ ਬੁੱਕ ਅਤੇ ਇੱਕ ਹੈਗੀ ਐਜ਼ ਪਰ ਪਾਸਬੁੱਕ। ਅਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਿਰਫ ਕੈਸ਼ ਬੁੱਕ ਦੇ ਉੱਤੇ ਫੋਕਸ ਕਰਾਂਗੇ ਔਰ ਇਹਦੇ MCQs ਕਵਰ ਕਰਾਂਗੇ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਵਾਰੀ ਮੈਂ ਤੁਹਾਨੂੰ ਰਿਕੋਲ ਕਰਵਾ ਦਿੰਦੀ ਹਾਂ ਕਿ ਕੈਸ਼ ਬੁੱਕ ਦੇ ਅਕੋਰਡਿੰਗ ਜਿਹੜਾ ਪੋਜ਼ੀਟਿਵ ਬੈਲੈਂਸ ਹੁੰਦਾ ਉਹਨੂੰ ਆਪਾਂ ਬੋਲਦੇ ਹਾਂ ਡੈਬਿਟ, ਅਤੇ ਨੈਗੇਟਿਵ ਬੈਲੈਂਸ ਨੂੰ ਆਪਾਂ ਬੋਲਦੇ ਹਾਂ ਕ੍ਰੈਡਿਟ, ਅਤੇ ਡੈਬਿਟ ਬੈਲੈਂਸ ਨੂੰ ਆਪਾਂ ਫੇਵਰੇਬਲ ਵੀ ਬੋਲਦੇ ਹਾਂ। ਠੀਕ ਹੈ। ਅਤੇ ਕ੍ਰੈਡਿਟ ਬੈਲੈਂਸ ਨੂੰ ਆਪਾਂ ਓਵਰਡਰਾਫਟ ਬੈਲੈਂਸ ਵੀ ਬੋਲਦੇ ਹਾਂ ਅਕੋਰਡਿੰਗ ਟੂ ਕੈਸ਼ ਬੁੱਕ। ਇਹ ਚੀਜ਼ ਯਾਦ ਰੱਖਣਾ। ਉਸ ਤੋਂ ਬਾਅਦ ਪਾਸਬੁੱਕ ਦਾ ਦੇਖਦੇ ਹਾਂ। ਪਾਸਬੁੱਕ ਦਾ ਕੀ ਹੈ, ਇਹਦਾ ਆਪੋਜ਼ਿਟ। ਜੇ ਮੈਂ ਪਾਸਬੁੱਕ ਦੇ ਅਕੋਰਡਿੰਗ ਪੋਜ਼ੀਟਿਵ ਬੈਲੈਂਸ ਬੋਲਣਾ ਇਟ ਮੀਨਸ ਉਹ ਕ੍ਰੈਡਿਟ ਹੈ। ਅਗਰ ਮੈਂ ਪਾਸਬੁੱਕ ਦਾ ਨੈਗੇਟਿਵ ਬੈਲੈਂਸ ਬੋਲਣਾ ਇਟ ਮੀਨਸ ਉਹ ਡੈਬਿਟ। ਠੀਕ ਹੈ। ਇਹਦਾ ਆਪੋਜ਼ਿਟ ਹੋ ਜਾਏਗਾ। ਪਾਸਬੁੱਕ ਦੇ ਅਕੋਰਡਿੰਗ ਪੋਜ਼ੀਟਿਵ ਬੈਲੈਂਸ ਇਜ਼ ਕ੍ਰੈਡਿਟ ਬੈਲੈਂਸ, ਪਾਸਬੁੱਕ ਦੇ ਅਕੋਰਡਿੰਗ ਡੈਬਿਟ ਬੈਲੈਂਸ ਇਜ਼ ਨੈਗੇਟਿਵ ਬੈਲੈਂਸ। ਮਤਲਬ ਇਹ ਮੇਰੇ ਕੋਲੋਂ ਜਾ ਰਿਹਾ ਹੈ, ਇਹ ਮੇਰੇ ਕੋਲ ਆ ਰਿਹਾ ਹੈ। ਠੀਕ ਹੈ। ਹੁਣ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਅੱਜ ਦੀ ਕਲਾਸ ਦੇ ਵਿੱਚ ਆਪਾਂ ਫਸਟ ਅਪਰੋਚ ਪੜ੍ਹਨੀ ਹੈ ਕਿ ਐਜ਼ ਪਰ ਕੈਸ਼ ਬੁੱਕ ਅਗਰ ਬੈਲੈਂਸ ਦਿੱਤਾ ਹੋਏ ਤਾਂ ਆਪਾਂ ਕਿਹੜੀ ਚੀਜ਼ਾਂ ਨੂੰ ਐਡ ਕਰਨਾ ਹੈ ਅਤੇ ਕਿਹੜੀ ਚੀਜ਼ਾਂ ਨੂੰ ਮਾਈਨਸ ਕਰਨਾ ਹੈ। ਹੁਣ ਦੇਖੋ, ਪ੍ਰੋਫੋਰਮਾ ਆਫ ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਵੈਨ ਫੇਵਰੇਬਲ ਬੈਲੈਂਸ ਐਜ਼ ਪਰ ਕੈਸ਼ ਬੁੱਕ ਔਰ ਐਨ ਓਵਰਡਰਾਫਟ ਇਜ਼ ਗਿਵਨ। ਠੀਕ ਹੈ। ਤੁਹਾਨੂੰ ਬੈਲੈਂਸ ਗਿਵਨ ਹੈ, ਚਾਹੇ ਤਾਂ ਫੇਵਰੇਬਲ ਬੈਲੈਂਸ ਵੀ ਗਿਵਨ ਹੋ ਸਕਦਾ ਹੈ, ਚਾਹੇ ਓਵਰਡਰਾਫਟ ਵੀ ਗਿਵਨ ਹੋ ਸਕਦਾ ਹੈ। ਠੀਕ ਹੈ। ਪਰ ਅਕੋਰਡਿੰਗ ਟੂ ਕੈਸ਼ ਬੁੱਕ ਵਾਲਾ ਕਰਾਂਗੇ ਕਿ ਅਕੋਰਡਿੰਗ ਟੂ ਕੈਸ਼ ਬੁੱਕ ਤੁਹਾਨੂੰ ਫੇਵਰੇਬਲ ਬੈਲੈਂਸ ਗਿਵਨ ਹੈ, ਇਟ ਮੀਨਸ ਉਹਦਾ ਪੋਜ਼ੀਟਿਵ ਬੈਲੈਂਸ, ਇਟ ਮੀਨਸ ਉਹਦਾ ਡੈਬਿਟ ਬੈਲੈਂਸ। ਅਗਰ ਕੈਸ਼ ਬੁੱਕ ਦੇ ਅਕੋਰਡਿੰਗ ਤੁਹਾਨੂੰ ਓਵਰਡਰਾਫਟ ਗਿਵਨ ਹੈ, ਇਟ ਮੀਨਸ ਉਹਦਾ ਕ੍ਰੈਡਿਟ ਬੈਲੈਂਸ ਔਰ ਆਪਾਂ ਬੋਲ ਸਕਦੇ ਹਾਂ ਨੈਗੇਟਿਵ ਬੈਲੈਂਸ। ਹੁਣ ਇੱਕ ਵਾਰੀ ਦੇਖੋ, ਸਾਡੇ ਕੋਲ ਪਹਿਲਾਂ ਹੁੰਦਾ ਪਾਰਟੀਕੂਲਰਸ, ਫਿਰ ਹੁੰਦਾ ਪਲੱਸ ਆਈਟਮਸ, ਫਿਰ ਹੁੰਦਾ ਮਾਈਨਸ ਆਈਟਮਸ। ਠੀਕ ਹੈ। ਹੁਣ ਦੇਖੋ ਬੈਲੈਂਸ ਐਜ਼ ਪਰ ਕੈਸ਼ ਬੁੱਕ। ਠੀਕ ਹੈ। ਤੁਹਾਨੂੰ ਬੈਲੈਂਸ ਗਿਵਨ ਹੈ ਐਜ਼ ਪਰ ਕੈਸ਼ ਬੁੱਕ ਔਰ ਤੁਹਾਨੂੰ ਕੁਛ ਵੀ ਨਹੀਂ ਮੈਂਸ਼ਨ ਕਿ ਡੈਬਿਟ ਕ੍ਰੈਡਿਟ ਫੇਵਰੇਬਲ ਅਨਫੇਵਰੇਬਲ ਕੁਛ ਨਹੀਂ ਗਿਵਨ। ਤਾਂ ਤੁਸੀਂ ਅਗਰ ਬੈਲੈਂਸ ਗਿਵਨ ਹੈ, ਇਕੱਲਾ ਬੈਲੈਂਸ ਐਜ਼ ਪਰ ਕੈਸ਼ ਬੁੱਕ ਗਿਵਨ ਹੈ, ਉਹਨੂੰ ਕੀ ਮੰਨੋਗੇ ਕਿ ਉਹ ਸਾਡਾ ਡੈਬਿਟ ਬੈਲੈਂਸ ਹੈ। ਅਤੇ ਕੈਸ਼ ਬੁੱਕ ਦੇ ਅਕੋਰਡਿੰਗ ਡੈਬਿਟ ਬੈਲੈਂਸ ਕੀ ਹੁੰਦਾ, ਪੋਜ਼ੀਟਿਵ ਹੁੰਦਾ, ਤਾਂ ਤੁਸੀਂ ਉਹਨੂੰ ਪੋਜ਼ੀਟਿਵ ਸ਼ੋ ਕਰੋਗੇ। ਠੀਕ ਹੈ। ਉਸ ਤੋਂ ਬਾਅਦ ਓਵਰਡਰਾਫਟ ਐਜ਼ ਪਰ ਕੈਸ਼ ਬੁੱਕ ਮਤਲਬ ਕ੍ਰੈਡਿਟ ਬੈਲੈਂਸ, ਜਾਂ ਤੁਹਾਨੂੰ ਇੱਦਾਂ ਵੀ ਲਿਖਿਆ ਕ੍ਰੈਡਿਟ ਬੈਲੈਂਸ ਐਜ਼ ਪਰ ਕੈਸ਼ ਬੁੱਕ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਓਵਰਡਰਾਫਟ ਹੈ। ਹੁਣ ਕ੍ਰੈਡਿਟ ਬੈਲੈਂਸ ਜਾਂ ਫਿਰ ਓਵਰਡਰਾਫਟ ਉਹ ਨੈਗੇਟਿਵ ਹੁੰਦਾ ਹੈ, ਉਹਨੂੰ ਤੁਸੀਂ ਨੈਗੇਟਿਵ ਸਾਈਡ ਦੇ ਉੱਤੇ ਸ਼ੋ ਕਰੋਗੇ। ਨੈਕਸਟ ਹੈ ਸਾਡੇ ਕੋਲ ਐਡ all those transactions that have result in increasing the balance of passbook ਹੈ। ਕਿਹੜੇ ਟ੍ਰਾਂਜੈਕਸ਼ਨਸ ਨੂੰ ਤੁਸੀਂ ਪਲੱਸ ਕਰੋਗੇ, ਕਿਹੜੇ ਟ੍ਰਾਂਜੈਕਸ਼ਨਸ ਨੂੰ ਤੁਸੀਂ ਮਾਈਨਸ ਕਰੋਗੇ, ਉਹ ਦੇਖਣਾ ਹੈ। ਹੁਣ ਇਸ ਲਾਈਨ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੀ ਟ੍ਰਾਂਜੈਕਸ਼ਨਸ ਦੇ ਨਾਲ ਤੁਹਾਨੂੰ ਪਤਾ ਹੈ ਕਿ ਪਾਸਬੁੱਕ ਦਾ ਰਿਜ਼ਲਟ ਇਨਕਰੀਜ਼ ਹੋਇਆ ਹੈ, ਉਹ ਸਾਰੀ ਆਈਟਮਸ, ਉਹ ਸਾਰੀ ਟ੍ਰਾਂਜੈਕਸ਼ਨਸ ਤੁਸੀਂ ਕੈਸ਼ ਬੁੱਕ ਦੇ ਬੈਲੈਂਸ ਦੇ ਵਿੱਚ ਐਡ ਕਰ ਦੋਗੇ। ਠੀਕ ਹੈ। ਮੇਰੀ ਵਰਡਿੰਗ ਦੇ ਉੱਤੇ ਧਿਆਨ ਦੇਣਾ। ਜਿਹੜੇ ਟ੍ਰਾਂਜੈਕਸ਼ਨਸ ਦੇ ਨਾਲ ਤੁਹਾਨੂੰ ਪਤਾ ਚੱਲਿਆ ਹੈ ਕਿ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋਇਆ ਹੈ, ਜੋ ਆਪਾਂ ਕੌਜ਼ਿਸ ਦੇ ਵਿੱਚ ਵੀ ਕੀਤਾ ਸੀ, ਉਹ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋਇਆ, ਤਾਂ ਤੁਹਾਨੂੰ ਉਹ ਵਾਲੀ ਚੀਜ਼ਾਂ ਜਿਨ੍ਹਾਂ ਚੀਜ਼ਾਂ ਦੇ ਨਾਲ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋਇਆ ਉਹ ਸਾਰੀ ਟ੍ਰਾਂਜੈਕਸ਼ਨਸ ਤੁਸੀਂ ਆਪਣੇ ਕੈਸ਼ ਬੁੱਕ ਬੈਲੈਂਸਿਸ ਦੇ ਵਿੱਚ ਐਡ ਕਰ ਦੇਣੀ ਹੈ। ਠੀਕ ਹੈ। ਹੁਣ ਆਪਾਂ ਦੇਖਾਂਗੇ ਡਿਟੇਲ ਦੇ ਵਿੱਚ ਕਿਹੜੇ ਆਈਟਮਸ ਐਡ ਹੋਊਗੇ, ਕਿਹੜੇ ਆਈਟਮ ਮਾਈਨਸ ਹੋਊਗੇ। ਪਰ ਜਿਨ੍ਹਾਂ ਨੂੰ ਇਹ ਪਰਫੋਰਮਾ ਡਾਇਰੈਕਟ ਯਾਦ ਹੁੰਦਾ ਹੈ ਤਾਂ ਵੈਲ ਐਂਡ ਗੁੱਡ। ਅਗਰ ਡਾਇਰੈਕਟ ਯਾਦ ਨਹੀਂ ਹੁੰਦਾ ਹੈ
ਕਰਨ ਦੀ ਜ਼ਰੂਰਤ ਵੀ ਨਹੀਂ ਹੈ, ਕਿਉਂਕਿ ਆਪਾਂ ਸਾਰੇ ਲੌਜਿਕਸ ਦੇ ਨਾਲ ਕੁਐਸਚਨਸ ਕਰਾਂਗੇ ਔਰ ਆਪਾਂ ਕੌਜ਼ਿਸ ਵਾਲੀ ਕਲਾਸ ਵੀ ਪੂਰੇ ਲੌਜਿਕਸ ਦੇ ਨਾਲ ਕੀਤੀ ਹੈ ਕਿ ਕਿਉਂ ਇਹ ਚੀਜ਼ ਪਲੱਸ ਹੋ ਰਹੀ ਹੈ, ਕਿਉਂ ਇਹ ਚੀਜ਼ ਮਾਈਨਸ ਹੋ ਰਹੀ ਹੈ। ਤਾਂ ਤੁਹਾਨੂੰ ਡਾਇਰੈਕਟ ਕੋਈ ਟ੍ਰਾਂਜੈਕਸ਼ਨ ਵੀ ਆ ਜਾਏ ਤਾਂ ਤੁਹਾਨੂੰ ਆਪਣੇ ਲੌਜਿਕਸ ਪਤਾ ਹੋਣੇ ਚਾਹੀਦੇ ਤਾਂ ਕਿ ਤੁਸੀਂ ਉਸ ਕੁਐਸਚਨ ਨੂੰ ਸੋਲਵ ਕਰ ਲਓ, ਠੀਕ ਹੈ। ਹੁਣ ਫਸਟ ਟ੍ਰਾਂਜੈਕਸ਼ਨ ਹੈ ਮੇਰੇ ਕੋ, ਦੇਖੋ ਕਲਰ ਚੇਂਜ ਕਰ ਲੈਂਦੇ ਆ ਪੈਨ ਦਾ। फर्स्ट ट्रांजैक्शन है चैक इशूड बट नॉट येट प्रेजेंटेड फॉर द पेमेंट। ਤੁਸੀਂ ਆਪਣੇ ਵੱਲੋਂ ਆਪਣੇ ਸਪਲਾਇਰ ਨੂੰ ਚੈੱਕ ਇਸ਼ੂ ਕਰ ਦਿੱਤਾ ਗਿਆ ਪੇਮੈਂਟ ਵਾਸਤੇ, ਪਰ ਉਹ ਸਪਲਾਇਰ ਜਾਂ ਜਿਹਨੂੰ ਵੀ ਤੁਸੀਂ ਆਪਣਾ ਚੈੱਕ ਇਸ਼ੂ ਕੀਤਾ ਹੈ ਉਹ ਹਜੇ ਤੱਕ ਉਹ ਚੈੱਕ ਲੈ ਕੇ ਬੈਂਕ ਨਹੀਂ ਪਹੁੰਚਿਆ, ਠੀਕ ਹੈ। ਇਟ ਮੀਨਸ ਪਾਸਬੁੱਕ ਦੇ ਵਿੱਚ ਹਜੇ ਉਹਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਗਿਆ। ਪਾਸਬੁੱਕ ਦੇ ਵਿੱਚ ਜੋ ਬੈਲੈਂਸ ਸੀ ਉਹੀ ਸ਼ੋ ਕੀਤਾ ਜਾ ਰਿਹਾ ਹੈ। ਮੈਂ ਬਾਹਰ ਪਾਸਬੁੱਕ ਦੇ ਉੱਤੇ ਬਾਹਰ ਇਸ ਕਰਕੇ ਲਗਾ ਰਹੀ ਹਾਂ, ਇਹਦਾ ਮਤਲਬ ਕਿ ਪਾਸਬੁੱਕ ਦਾ ਬੈਲੈਂਸ ਹਜੇ ਉਨਾ ਹੀ ਹੈ ਜਿੰਨਾ ਹੈ, ਠੀਕ ਹੈ। ਉਸ ਤੋਂ ਬਾਅਦ ਚੈੱਕ ਇਸ਼ੂ ਹੋ ਗਿਆ। ਹੁਣ ਤੁਸੀਂ ਆਪਣੇ ਕੈਸ਼ ਬੁੱਕ ਤਾਂ ਤੁਸੀਂ ਮੇਨਟੇਨ ਕਰ ਰਹੇ ਹੋ, ਤੁਸੀਂ ਆਪਣੇ ਕੈਸ਼ ਬੁੱਕ ਦੇ ਵਿੱਚ ਆਪਣੇ ਬੈਂਕ ਬੈਲੈਂਸ ਵਾਲੇ ਕੋਲਮ ਦੇ ਵਿੱਚੋਂ ਕੀ ਕਰ ਦਿੱਤਾ, ਉਹ ਵਾਲਾ ਪੈਸਾ ਜਿੰਨੇ ਦਾ ਤੁਸੀਂ ਚੈੱਕ ਇਸ਼ੂ ਕੀਤਾ ਉਹਨੂੰ ਮਾਈਨਸ ਕਰ ਦਿੱਤਾ। ਪਰ ਪਾਸਬੁੱਕ ਨੂੰ ਤਾਂ ਹਜੇ ਛੇੜਿਆ ਹੀ ਨਹੀਂ ਗਿਆ, ਕਿਉਂਕਿ ਜਿਹੜਾ ਉਹ ਪਰਸਨ ਹੈ ਉਹ ਬੈਂਕ ਦੇ ਵਿੱਚ ਗਿਆ ਹੀ ਨਹੀਂ ਚੈੱਕ ਨੂੰ ਲੈ ਕੇ। ਤਾਂ ਪਾਸਬੁੱਕ ਦਾ ਬੈਲੈਂਸ ਹਾਇਰ ਹੀ ਹੈ ਐਜ਼ ਕੰਪੇਅਰ ਟੂ ਕੈਸ਼ ਬੁੱਕ, ਹੈ ਨਾ। ਤਾਂ ਤੁਸੀਂ ਇਹਨਾਂ ਮੈਚ ਕਰਨਾ ਹੈ। ਤੁਸੀਂ ਜਿਹੜੀ ਚੀਜ਼ ਮਾਈਨਸ ਕੀਤੀ ਸੀ ਉਹਨੂੰ ਦੁਬਾਰਾ ਤੋਂ ਪਲੱਸ ਕਰ ਦੋਗੇ ਤਾਂ ਤੁਹਾਡਾ ਬੈਲੈਂਸ ਕੈਸ਼ ਬੁੱਕ ਦਾ ਉਹ ਇਕੁਅਲ ਆ ਜਾਏਗਾ ਪਾਸਬੁੱਕ ਦੇ। ਇਸ ਕਰਕੇ ਇਸ ਚੀਜ਼ ਨੂੰ ਪਲੱਸ ਕੀਤਾ ਜਾ ਰਿਹਾ, ਠੀਕ ਹੈ। ਆਈ ਹੋਪ ਆ ਤੁਹਾਨੂੰ ਚੀਜ਼ ਕਲੀਅਰ ਹੈ। ਕੱਲ੍ਹ ਦੇ ਕੋਰਸਿਸ ਦੇ ਵਿੱਚ ਵੀ ਆਪਾਂ ਕੀਤਾ ਸੀ ਕਿ ਅਗਰ ਚੈੱਕ ਪ੍ਰੈਜ਼ੈਂਟ ਨਹੀਂ ਹੋਇਆ ਬੈਂਕ ਦੇ ਵਿੱਚ ਪਰ ਤੁਹਾਡੇ ਵੱਲੋਂ ਇਸ਼ੂ ਹੋ ਗਿਆ ਤਾਂ ਇਹਦਾ ਮਤਲਬ ਕੀ ਹੈ ਕਿ ਪਾਸਬੁੱਕ ਦਾ ਬੈਲੈਂਸ ਜ਼ਿਆਦਾ ਸ਼ੋ ਹੋ ਰਿਹਾ ਐਜ਼ ਕੰਪੇਅਰ ਟੂ ਕੈਸ਼ ਬੁੱਕ, ਤਾਂ ਤੁਹਾਨੂੰ ਉਹ ਚੀਜ਼ ਦੁਬਾਰਾ ਤੋਂ ਕੈਸ਼ ਬੁੱਕ ਦੇ ਵਿੱਚ ਪਲੱਸ ਕਰ ਦੇਣੀ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਇੰਟਰਸਟ ਐਂਡ ਡਿਵੀਡੈਂਡ ਰਿਸੀਵਡ ਬਾय ਬੈਂਕ। ਇੰਟਰਸਟ ਔਰ ਡਿਵੀਡੈਂਡ ਬੈਂਕ ਨੇ ਰਿਸੀਵਡ ਕਰ ਲਿਆ ਤੁਹਾਡੇ ਬਿਹਾਫ 'ਤੇ, ਉਹ ਚੀਜ਼ ਰਿਸੀਵ ਕਰ ਲਈ ਹੈ। ਇਹਦਾ ਮਤਲਬ ਕੀ ਹੈ ਕਿ ਬੈਂਕ ਨੇ ਤੁਹਾਡੀ ਪਾਸਬੁੱਕ ਦੇ ਵਿੱਚ ਉਹਨੂੰ ਪਲੱਸ ਕਰ ਦਿੱਤਾ ਹੈ ਨਾ। ਬੈਂਕ ਨੇ ਤੁਹਾਡੀ ਪਾਸਬੁੱਕ ਦੇ ਵਿੱਚ ਉਹਨੂੰ ਕ੍ਰੈਡਿਟ ਕਰ ਦਿੱਤਾ ਹੈ, ਉਹ ਪਲੱਸ ਹੋ ਗਿਆ। ਹੁਣ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋ ਗਿਆ, ਮਤਲਬ ਇਸ ਚੀਜ਼ ਨਾਲ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋਇਆ ਤਾਂ ਤੁਸੀਂ ਇਹਨੂੰ ਆਪਣੀ ਕੈਸ਼ ਬੁੱਕ ਦੇ ਬੈਲੈਂਸ ਦੇ ਵਿੱਚ ਵੀ ਕੀ ਕਰ ਦੋਗੇ, ਪਲੱਸ ਕਰ ਦੋਗੇ। ਇੰਟਰਸਟ ਐਂਡ ਡਿਵੀਡੈਂਡ ਰਿਸੀਵਡ ਬਾय ਬੈਂਕ, ਬੈਂਕ ਨੇ ਤੁਹਾਡੇ ਬਿਹਾਫ 'ਤੇ ਰਿਸੀਵ ਕੀਤਾ, ਪਾਸਬੁੱਕ ਦੇ ਵਿੱਚ ਉਹਨੂੰ ਕ੍ਰੈਡਿਟ ਕਰ ਦਿੱਤਾ, ਇਟ ਮੀਨਸ ਉਹਨੂੰ ਪਲੱਸ ਕਰ ਦਿੱਤਾ ਹੈ। ਕੈਸ਼ ਬੁੱਕ ਦੇ ਵਿੱਚ ਤੁਸੀਂ ਹਜੇ ਕੁਝ ਨਹੀਂ ਕੀਤਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਇੰਟਰਸਟ ਔਰ ਡਿਵੀਡੈਂਡ ਰਿਸੀਵਡ ਹੋ ਗਿਆ। ਫਿਰ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਇਹ ਡਿਫਰੈਂਸਿਸ ਆ ਰਹੇ ਆ ਤਾਂ ਤੁਸੀਂ ਉਸ ਚੀਜ਼ ਨੂੰ ਐਡ ਕਰ ਦਿੱਤਾ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਨੈਕਸਟ ਦੇਖਦੇ ਹਾਂ ਨੈਕਸਟ ਟ੍ਰਾਂਜੈਕਸ਼ਨ। नेक्स्ट ट्रांजैक्शन कह रहे हैं डायरैक्ट डिपॉजिट मेड बाय द पार्टनर या फिर कस्टमर या फिर तुहाडे पार्टनर ने डायरैक्ट डिपॉजिट करवा दिता तुहाडे अकाउंट दे विच। तुहाडे अकाउंट दे विच डायरैक्ट डिपॉजिट करवा दिता, इहदा मतलब कि बैंक वालियां ने पासबुक दे विच उहनूं क्रेडिट करता, प्लस करता। पासबुक का बैलेंस इनक्रीज़ हो गया, पासबुक का बैलेंस इनक्रीज़ हो गया तां करके तुसीं अपने कैश बुक दे विच भी वो चीज़ की कर दोगे, प्लस कर दोगे। जदों तुहानूं पता चलेगा कि तुहाडे कस्टमर ने डायरैक्ट डिपॉजिट करवाया है तां तुहानूं कैश बुक नूं पासबुक दे नाल मैच करन वास्ते तुसीं वो चीज़ ऐड कर दोगे। आई होप ये भी ट्रांजैक्शन तुहानूं क्लीयर है। नैक्सट देखो क्रेडिट गिवन बाय द बैंक ऑन अकाउंट ऑफ इंटरस्ट। मैं तुहानूं करवाया सी जिहड़े तुहाडे सेविंग डिपॉजिट्स और FD हुंदे आ ना, उन्हां दे उत्ते बैंक कुछ इंटरस्ट तुहानूं दिंदा है, क्रेडिट करता है। क्रेडिट मतलब देना, बैंक वालों वो दिता जाता है तो बैंक ने वो चीज़ तुहाडे पासबुक दे विच ऐड कर दित्ती, ठीक है, जो तुहानूं इंटरस्ट मिलिया। पर हजे तुहानूं ओहदी नॉलेज नहीं सी कि मेरे इन्ने बैलेंस से इन्ना इंटरस्ट मिलिया। फिर जो तुहानूं पता चलिया कि पासबुक का बैलेंस इस करके इनक्रीज़ होया है तो तुसीं कैश बुक दे विच भी उहनूं की कर दोगे, इनक्रीज़ कर दो, ठीक है। नैक्सट है मेरे को बिल्स कलैक्टेड बाय द बैंक ने तुहाडी पेमेंट्स तुहाडे बिहाफ ते कलैक्ट कीती है, ठीक है। तुहानूं कुछ पेमेंट्स मिलनियां सी, तुसीं तुहाडे बिहाफ ते बैंक ने तुहाडे अकाउंट दे विच कलैक्ट कर ली। हुण बैंक ने पासबुक दे विच वो चीज़ इनक्रीज़ कर दित्ती है ना। हुण पासबुक का बैलेंस तो इनक्रीज़ हो गया क्योंकि तुहानूं क्रेडिट मिलिया, बिल्स की पेमेंट कलैक्ट कीतियां गईयां बैंक के द्वारा। हुण पासबुक का बैलेंस इनक्रीज़ हो गया तो तुसीं कैश बुक का बैलेंस भी इनक्रीज़ कर दोगे उसी अमाउंट के नाल। नैक्सट ट्रांजैक्शन है मेरे को चैक्स डिपॉजिटेड बट नॉट रिकॉर्डेड इन कैश बुक। चैक डिपॉजिट हो चुके हैं, ठीक है, पर तुसीं उन्हें कैश बुक दे विच रिकॉर्ड करना भूल गए, ठीक है। चैक डिपॉजिट हो चुके हैं, हुण पासबुक दे विच तां वो चले गए, पासबुक दे विच उन्हां दा बैलेंस इनक्रीज़ हो गया, जो पेमेंट आई होएगी चैक वालों वो तुहाडे अकाउंट दे विच ऐड होगी, क्रेडिट होगी।
ਪਾਸਬੁੱਕ ਦੇ ਵਿੱਚ, ਪਰ ਤੁਸੀਂ ਉਸ ਚੀਜ਼ ਨੂੰ ਕੈਸ਼ ਬੁੱਕ ਦੇ ਵਿੱਚ ਪਾਇਆ ਹੀ ਨਹੀਂ ਹਜੇ, ਤਾਂ ਤੁਸੀਂ ਉਸ ਜਿਹਦੇ ਨਾਲ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋ ਗਿਆ ਤੁਸੀਂ ਉਹਨੂੰ ਵੀ ਕੈਸ਼ ਬੁੱਕ ਦੇ ਬੈਲੈਂਸ ਦੇ ਵਿੱਚ ਇਨਕਰੀਜ਼ ਕਰ ਦਿਓ। ਠੀਕ ਹੈ। ਨੈਕਸਟ ਹੈ ਸਾਡੇ ਕੋਲ ਡਿਵੀਡੈਂਡ ਕਲੈਕਟਡ ਬਾय ਦ ਬੈਂਕ। ਉਹੀ ਚੀਜ਼ ਕਿ ਪੇਮੈਂਟਸ ਤੁਹਾਡੇ ਬਿਹਾਫ 'ਤੇ ਕਲੈਕਟ ਕੀਤੀ ਗਈ। ਹੁਣ ਜੇ ਤੁਸੀਂ ਕਿਸੇ ਚੀਜ਼ 'ਚ ਇਨਵੈਸਟ ਕੀਤਾ, ਮਤਲਬ ਮੰਨ ਲਓ ਤੁਸੀਂ ਸ਼ੇਅਰਸ ਵਗੈਰਾ ਦੇ ਵਿੱਚ ਇਨਵੈਸਟ ਕੀਤਾ, ਤਾਂ ਉਹਦੇ ਉੱਤੇ ਤੁਹਾਨੂੰ ਡਿਵੀਡੈਂਡ ਮਿਲ ਰਿਹਾ। ਇਹ ਲਾਸਟ ਕਲਾਸ ਦੇ ਵਿੱਚ ਆਪਾਂ ਕੀਤਾ ਸੀ। ਉਹ ਡਿਵੀਡੈਂਡ ਤੁਹਾਡੇ ਬੈਂਕ ਨੇ ਰਿਸੀਵ ਕਰ ਲਿਆ। ਇਹਦਾ ਮਤਲਬ ਉਹਨਾਂ ਨੇ ਪਾਸਬੁੱਕ ਦੇ ਵਿੱਚ ਐਡ ਕਰ ਦਿੱਤਾ, ਕ੍ਰੈਡਿਟ ਕਰ ਦਿੱਤਾ, ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋ ਗਿਆ। ਪਾਸਬੁੱਕ ਦਾ ਬੈਲੈਂਸ ਇਹਦੇ ਨਾਲ ਇਨਕਰੀਜ਼ ਹੋਇਆ, ਇਹਦਾ ਮਤਲਬ ਕੀ ਹੈ ਤੁਸੀਂ ਕੈਸ਼ ਬੁੱਕ ਦੇ ਵਿੱਚ ਵੀ ਇਹਨੂੰ ਇਨਕਰੀਜ਼ ਕਰ ਦੋਗੇ, ਪਲੱਸ ਕਰ ਦਿਓ। ਲਾਸਟ ਹੈ ਜਿਹੜੀ ਆਈਟਮ ਤੁਸੀਂ ਪਲੱਸ ਕਰਨੀ ਹੈ ਕੈਸ਼ ਬੁੱਕ ਦੇ ਵਿੱਚ, ਉਹ ਹੈ ਅ ਰੋਂਗ ਕ੍ਰੈਡਿਟ ਗਿਵਨ ਬਾय ਦ ਬੈਂਕ ਇਨ ਦ ਪਾਸਬੁੱਕ। ਪਾਸਬੁੱਕ ਦੇ ਵਿੱਚ ਗਲਤੀ ਨਾਲ ਤੁਹਾਡੇ ਬੈਂਕ ਨੇ ਤੁਹਾਨੂੰ ਕ੍ਰੈਡਿਟ ਦੇ ਦਿੱਤਾ, ਕੋਈ ਮਤਲਬ ਕੁਝ ਵੀ ਕ੍ਰੈਡਿਟ ਦੇ ਦਿੱਤਾ। ਕ੍ਰੈਡਿਟ ਮੀਨਸ ਕੁਝ ਰਿਸੀਵ ਕਰ ਦਿੱਤਾ ਗਲਤੀ ਨਾਲ, ਪਰ ਕਰਨਾ ਨਹੀਂ ਸੀ, ਪਰ ਹੁਣ ਹੋ ਚੁੱਕਾ ਹੈ ਗਲਤੀ ਨਾਲ ਤੁਹਾਡੇ ਬੈਂਕ ਦੇ ਵਿੱਚ ਰਿਸੀਵ। ਇਹਦਾ ਮਤਲਬ ਕੀ ਹੈ ਪਾਸਬੁੱਕ ਦਾ ਬੈਲੈਂਸ ਇਨਕਰੀਜ਼ ਹੋ ਗਿਆ ਹੈ, ਤਾਂ ਤੁਸੀਂ ਉਹ ਚੀਜ਼ ਕੈਸ਼ ਬੁੱਕ ਦੇ ਵਿੱਚ ਵੀ ਇਨਕਰੀਜ਼ ਕਰ ਦੋਗੇ। ਭਾਵੇਂ ਗਲਤੀ ਨਾਲ ਹੋਇਆ, ਪਰ ਹੁਣ ਉਹ ਚੀਜ਼ ਇਨਕਰੀਜ਼ ਹੋ ਚੁੱਕੀ ਹੈ ਪਾਸਬੁੱਕ ਦੇ ਵਿੱਚ। ਠੀਕ ਹੈ। ਆਈ ਹੋਪ ਤੁਹਾਨੂੰ ਇਹ ਸਾਰੀ ਟ੍ਰਾਂਜੈਕਸ਼ਨਸ ਕਲੀਅਰ ਹੈ, ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਐਡ ਕਰਨਾ ਆਪਣੇ ਕੈਸ਼ ਬੁੱਕ ਦੇ ਬੈਲੈਂਸ ਦੇ ਵਿੱਚ। ਨੈਕਸਟ ਦੇਖਦੇ ਹਾਂ, ਹੁਣ ਸਾਡੇ ਕੋਲ ਉਹ ਟ੍ਰਾਂਜੈਕਸ਼ਨਸ ਹੈ ਜਿਨ੍ਹਾਂ ਨੂੰ ਤੁਸੀਂ ਮਾਈਨਸ ਕਰਨਾ ਹੈ। ਹੁਣ ਦੇਖੋ, less all those transactions that have resulted in decreasing the balance of passbook। ਹੁਣ ਤੁਸੀਂ ਉਹ ਸਾਰੇ ਟ੍ਰਾਂਜੈਕਸ਼ਨਸ ਨੂੰ ਮਾਈਨਸ ਕਰ ਦੋਗੇ ਜਿਹਦੇ ਰਿਜ਼ਲਟ ਨਾਲ ਤੁਹਾਡੇ ਪਾਸਬੁੱਕ ਦਾ ਬੈਲੈਂਸ ਗਿਰਿਆ ਹੋਏਗਾ। ਠੀਕ ਹੈ, ਡਿਕਰੀਜ਼ ਹੋਏਗਾ। ਉਹ ਸਾਰੀ ਚੀਜ਼ਾਂ ਤੁਸੀਂ ਆਪਣੇ ਕੈਸ਼ ਬੁੱਕ ਦੇ ਵਿੱਚ ਮਾਈਨਸ ਕਰ ਦੇਣੀ। ਹੁਣ ਇੱਕ ਇੱਕ ਕਰਕੇ ਆਪਾਂ ਸਾਰੀ ਟ੍ਰਾਂਜੈਕਸ਼ਨਸ ਨੂੰ ਦੇਖ ਲੈਂਦੇ ਹਾਂ। ਪਹਿਲੀ ਟ੍ਰਾਂਜੈਕਸ਼ਨ ਹੈ ਸਾਡੇ ਕੋਲ ਚੈਕਸ ਪੇਡ ਇਨਟੂ ਬੈਂਕ। ਚੈਕਸ ਪੇਡ ਇਨਟੂ ਬੈਂਕ ਬਟ ਨੋਟ ਯੈਟ ਕਲੈਕਟਡ ਬਾय ਬੈਂਕ। ਚੈੱਕ ਤੁਸੀਂ ਪੇ ਕਰ ਦਿੱਤਾ ਹੈ ਬੈਂਕ ਨੂੰ, ਪਰ ਉਹ ਕਲੈਕਟ ਨਹੀਂ ਕੀਤਾ ਗਿਆ ਬੈਂਕ ਦੇ ਦੁਆਰਾ। ਮਤਲਬ ਕੀ ਹੈ, ਪਾਸਬੁੱਕ ਨੂੰ ਹਜੇ ਛੇੜਿਆ ਨਹੀਂ ਗਿਆ। ਪਾਸਬੁੱਕ ਦਾ ਉਨਾ ਹੀ ਬੈਲੈਂਸ ਹੈ, ਕਿਉਂਕਿ ਜੋ ਚੈੱਕ ਤੁਹਾਨੂੰ ਮਿਲੇ ਤੁਹਾਡੇ ਸਪਲਾਇਰ ਵੱਲੋਂ ਜਾਂ ਫਿਰ ਤੁਹਾਡੇ ਕਸਟਮਰ ਵੱਲੋਂ ਜਿਹਨੂੰ ਤੁਸੀਂ ਰਿਸੀਵ ਕੀਤਾ, ਅਤੇ ਤੁਸੀਂ ਜਾ ਕੇ ਉਹਨੂੰ ਬੈਂਕ ਦੇ ਵਿੱਚ ਡਿਪੋਜ਼ਿਟ ਕਰਾ ਦਿੱਤਾ ਤਾਂ ਕਿ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਵੇ, ਪਰ ਉਹ ਕੰਮ ਹਜੇ ਬੈਂਕ ਨੇ ਨਹੀਂ ਕੀਤਾ। ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ ਐਡ ਕਰ ਦਿੱਤਾ ਹੋਊਗਾ, ਬੈਲੈਂਸ ਇਨਕਰੀਜ਼ ਕਰ ਦਿੱਤਾ ਹੋਊਗਾ, ਪਰ ਪਾਸਬੁੱਕ ਦਾ ਬੈਲੈਂਸ ਤਾਂ ਡਿਕਰੀਜ਼ ਹੀ ਸ਼ੋ ਕੀਤਾ ਜਾ ਰਿਹਾ, ਲੋਅਰ ਸ਼ੋ ਕੀਤਾ ਜਾ ਰਿਹਾ, ਤਾਂ ਕਰਕੇ ਤੁਸੀਂ ਉਸ ਚੀਜ਼ ਨੂੰ ਮਾਈਨਸ ਕਰ ਦੋਗੇ ਆਪਣੇ ਕੈਸ਼ ਬੁੱਕ ਬੈਲੈਂਸ ਦੇ ਵਿੱਚੋਂ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਨੈਕਸਟ ਟ੍ਰਾਂਜੈਕਸ਼ਨ ਦੇਖਦੇ ਹਾਂ। ਨੈਕਸਟ ਟ੍ਰਾਂਜੈਕਸ਼ਨ ਹੈ ਸਾਡੇ ਕੋਲ ਡਾਇਰੈਕਟ ਪੇਮੈਂਟ ਮੇਡ ਬਾय ਦ ਬੈਂਕ। ਬੈਂਕ ਨੇ ਤੁਹਾਡੇ ਬਿਹਾਫ ਤੋਂ ਡਾਇਰੈਕਟ ਪੇਮੈਂਟ ਕਰ ਦਿੱਤੀ। ਡਾਇਰੈਕਟ ਪੇਮੈਂਟ ਕਰ ਦਿੱਤੀ, ਜਿਨ੍ਹਾਂ ਨੂੰ ਵੀ ਪੇਮੈਂਟ ਕਰਨੀ ਸੀ ਤੁਸੀਂ ਉਹਨਾਂ ਨੂੰ ਸਟੈਂਡਿੰਗ ਇੰਸਟਰਕਸ਼ਨਸ ਦੇ ਕੇ ਰੱਖਿਆ ਸੀ, ਮੇਰੀ EMIs ਜਾਣੀ ਹੈ, ਮੇਰਾ ਪ੍ਰੀਮੀਅਮ ਜਾਣਾ ਹੈ, ਤਾਂ ਤੁਸੀਂ ਖੁਦ ਪੇਮੈਂਟ ਕਰ ਦੇਣਾ, ਤਾਂ ਉਹਨਾਂ ਨੇ ਪੇ ਕਰ ਦਿੱਤਾ। ਇਹਦਾ ਮਤਲਬ ਕੀ ਹੈ, ਪਾਸਬੁੱਕ ਨੇ ਉਹਨੂੰ ਡੈਬਿਟ ਕਰ ਦਿੱਤਾ, ਮਾਈਨਸ ਕਰ ਦਿੱਤਾ, ਪਾਸਬੁੱਕ ਦਾ ਬੈਲੈਂਸ ਡਿਕਰੀਜ਼ ਹੋ ਗਿਆ। ਹੁਣ ਪਾਸਬੁੱਕ ਦਾ ਬੈਲੈਂਸ ਡਿਕਰੀਜ਼ ਹੋ ਗਿਆ, ਇਹਦਾ ਮਤਲਬ ਕੈਸ਼ ਬੁੱਕ ਦੇ ਵਿੱਚ ਤਾਂ ਤੁਸੀਂ ਕੁਝ ਨਹੀਂ ਮਾਈਨਸ ਕੀਤਾ ਆਪਣੀ ਪੇਮੈਂਟਸ ਨੂੰ, ਤਾਂ ਤੁਸੀਂ ਹੁਣ ਕੈਸ਼ ਬੁੱਕ ਦੇ ਵਿੱਚ ਉਹਨੂੰ ਮਾਈਨਸ ਕਰ ਦੋਗੇ। ਠੀਕ ਹੈ, ਅੱਗੇ ਦੇਖੋ, ਡੈਬਿਟ ਗਿਵਨ ਬਾय, ਡੈਬਿਟ ਦਾ ਮਤਲਬ ਹੁੰਦਾ ਤੁਹਾਡੇ ਅਕਾਊਂਟ 'ਚੋਂ ਕੁਝ ਪੈਸਾ ਕੱਟਿਆ ਹੈ। ਡੈਬਿਟ ਗਿਵਨ ਬਾय ਦ ਬੈਂਕ ਔਨ ਦਾ ਅਕਾਊਂਟ ਆਫ ਇੰਟਰਸਟ ਔਨ ਓਵਰਡਰਾਫਟ ਔਰ ਬੈਂਕ ਚਾਰਜਸ ਐਕਸੈਕਟਰਾ। ਬੈਂਕ ਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਡੈਬਿਟ ਕਰ ਲਿਆ ਕੁਝ ਪੈਸਾ, ਫੋਰ ਐਗਜ਼ਾਮਪਲ ਇੰਟਰਸਟ ਵਾਸਤੇ। ਠੀਕ ਹੈ, ਜੋ ਤੁਸੀਂ ਓਵਰਡਰਾਫਟ ਕੀਤਾ ਉਹਦੇ ਉੱਤੇ ਇੰਟਰਸਟ ਜਿੰਨਾ ਚਾਰਜ ਕੀਤਾ, ਅਤੇ ਬੈਂਕ ਚਾਰਜਸ ਮਤਲਬ ATM ਫੀਸ, ਪ੍ਰੋਸੈਸਿੰਗ ਫੀਸ, ਜੋ ਵੀ ਫੀਸ ਵਗੈਰਾ ਉਹਨੇ ਡੈਬਿਟ ਕਰ ਲਈ। ਇਹਦਾ ਮਤਲਬ ਉਹਨਾਂ ਨੇ ਪਾਸਬੁੱਕ ਦੇ ਵਿੱਚੋਂ ਮਾਈਨਸ ਕਰ ਦਿੱਤਾ, ਪਰ ਤੁਸੀਂ ਤਾਂ ਕੈਸ਼ ਬੁੱਕ ਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਕੀਤਾ, ਇਸ ਕਰਕੇ ਤੁਸੀਂ ਉਹਨੂੰ ਕੈਸ਼ ਬੁੱਕ ਦੇ ਵਿੱਚ ਮਾਈਨਸ ਕਰ ਦੋਗੇ, ਕਿਉਂਕਿ ਪਾਸਬੁੱਕ ਦਾ ਬੈਲੈਂਸ ਤਾਂ ਡਿਕਰੀਜ਼ ਹੋ ਗਿਆ, ਕੈਸ਼ ਬੁੱਕ ਦਾ ਤਾਂ ਹਜੇ ਵੀ ਸਟਿਲ ਸ਼ੋ ਹਾਇਰ ਬੈਲੈਂਸ, ਤਾਂ ਕਰਕੇ ਤੁਸੀਂ ਉਹਨੂੰ ਮਾਈਨਸ ਕਰੋਗੇ। ਠੀਕ ਹੈ, ਨੈਕਸਟ ਹੈ ਡਿਸਓਨਰ ਆਫ ਬਿੱਲ ਡਿਸਕਾਊਂਟਡ ਵਿਦ ਬੈਂਕਸ। ਠੀਕ ਹੈ, ਤੁਹਾਡੇ ਬਿਲਸ ਵਗੈਰਾ ਉਹ ਡਿਸਓਨਰਡ ਹੋ ਗਏ, ਜੋ ਤੁਸੀਂ ਡਿਸਕਾਊਂਟ ਵਗੈਰਾ ਕਰਵਾਉਣੇ ਸੀਗੇ, ਤਾਂ ਹੁਣ ਪਾਸਬੁੱਕ ਨੇ ਉਹ ਚੀਜ਼ ਰਿਵਰਸ ਕਰ ਦਿੱਤੀ। ਪਹਿਲਾਂ ਐਡ ਕੀਤਾ ਸੀਗਾ, ਹੁਣ ਬੈਂਕ ਨੂੰ ਪਤਾ ਲੱਗਿਆ ਕਿ ਉਹ ਚੀਜ਼ ਡਿਸਓਨਰਡ ਹੈ, ਮਤਲਬ ਚੈੱਕ ਵਗੈਰਾ ਤੁਹਾਡੇ ਬਾਊਂਸ ਹੋ ਗਏ ਜੋ ਤੁਸੀਂ ਲਗਾਏ ਸੀ, ਤਾਂ ਪਾਸਬੁੱਕ ਨੇ ਉਹਨੂੰ ਮਾਈਨਸ ਕਰ ਦਿੱਤਾ। ਜਦੋਂ ਪਾਸਬੁੱਕ ਨੇ ਉਹਨੂੰ ਮਾਈਨਸ ਕਰ ਦਿੱਤਾ, ਪਾਸਬੁੱਕ ਸ਼ੋਜ਼ ਦਾ ਲੋਅਰ ਬੈਲੈਂਸ, ਪਾਸਬੁੱਕ ਦੇ ਵਿੱਚ ਘੱਟ ਬੈਲੈਂਸ ਸ਼ੋ ਕੀਤਾ ਜਾ ਰਿਹਾ, ਕੈਸ਼ ਬੁੱਕ ਦੇ ਵਿੱਚ ਉਹਨੂੰ ਹਜੇ ਮਾਈਨਸ ਨਹੀਂ ਕੀਤਾ ਸੀ, ਤਾਂ ਕੈਸ਼ ਬੁੱਕ ਨੂੰ ਤੁਸੀਂ ਉਹਦੇ ਵਿੱਚੋਂ ਮਾਈਨਸ ਕਰ ਦੋਗੇ। ਠੀਕ ਹੈ, ਨੈਕਸਟ ਹੈ ਸਾਡੇ ਕੋਲ ਚੈਕਸ ਰਿਸੀਵਡ ਐਂਡ ਰਿਕਾਰਡਡ ਇਨ ਕੈਸ਼ ਬੁੱਕ। ਚੈੱਕ ਤੁਹਾਡੇ ਰਿਸੀਵ ਹੋਏ, ਤੁਸੀਂ ਕੈਸ਼ ਬੁੱਕ ਦੇ ਵਿੱਚ ਉਸੇ ਟਾਈਮ ਰਿਕਾਰਡ ਕਰਤੇ, ਇਹਦਾ ਮਤਲਬ ਤੁਸੀਂ ਪਲੱਸ ਕਰ ਦਿੱਤੇ।
है ना कैश बुक दे विच, पर बैंक दे विच तां हजे कुछ नहीं होया। अगे उन्होंने लिखा है बट नॉट येट सेंट टू बैंक, बैंक नूं हजे भेजे ही नहीं, वो तुहाडे कोल ही रखे हुए है, तां करके बैंक पासबुक दा बैलेंस हजे लोअर शो किया जा रहा है तो कैश बुक का बैलेंस ज़्यादा है, तो उन्होंने मैच करने वास्ते तुसी कैश बुक के बैलेंस चो वो चीज़ हजे माइनस कर दोगे। ठीक है, ये चीज़ा उन्होंने ही ज़्यादा वधिया तरीके नाल और जल्दी समझ आऊगी जिन्होंने कॉजेज वाली क्लास डिटेल दे विच कीती है। नैक्सट देखो, डिसऑनर ऑफ चैक डिपॉजिटेड विद द बैंक। हुण चैक्स जो चीज़ उपर सी बिल्स सीगा, हुण इत्थे चैक आ गया कि चैक डिसऑनर्ड हो गया, तो माइनस कर दिता बैंक ने तुहाडे अकाउंट के विचों, तो तुसी भी कैश बुक के विचों उन्होंने माइनस कर दोगे बैलेंस इक्वल करने वास्ते। नैक्सट ट्रांजैक्शन है चैक्स इशूड बट ओमिटेड टू रिकॉर्ड इन कैश बुक। चैक इशू हो गए, तुसी चैक्स नूं इशू कर दिता अपने सप्लायर्स नूं, पर पासबुक दे विच वो चीज़ माइनस हो गई, पेमेंट डिडक्ट हो गई, पासबुक घट बैलेंस हो गया, लोअर बैलेंस हो गया, पर कैश बुक दे विच तुसी वो चीज़ पाना ही भूल गए। ओमिटेड का मतलब हो जाना भूल जाना, बिल्कुल एक तरीके नाल तुसी उन्होंने पाना ही, रिकॉर्ड करना ही भूल गए, तां तुसी जिहदे नाल कैश पासबुक का बैलेंस डिक्रीज़ होया, हुण उन्होंने भी कैश बुक दे विचों माइनस कर दोगे। नैक्सट है साडे कोल लास्ट, अ रोंग डेबिट गिवन बाय द बैंक इन द पासबुक। बैंक ने गलती नाल तुहाडे अकाउंट चों कुछ पैसा डिडक्ट कर लिया, हुण भावें गलती नाल कीता पर डेबिट कर दिता उन्होंने तुहाडे अकाउंट दे विचों पासबुक दे विचों। इहदा मतलब की है पासबुक दे विच ओ माइनस हो गया, पासबुक शोज़ द लोअर बैलेंस। ठीक है, तां करके कैश बुक दे विच भी तुसीं उहनूं माइनस कर दोगे। जिद्दां आपां प्लस वाले चीज़ दे विच कीता सी, अ रोंग क्रेडिट माइनस वाली चीज़ दे विच तुसीं रोंग डेबिट नूं माइनस करोगे। आई होप तुहानूं सारी ट्रांजैक्शनस क्लीयर है। आपां कॉजेज दे विच भी कीतियां सी, पर अज आपां प्रोफोमा दे विच भी कर लित्तियां कि अगर कैश बुक का बैलेंस गिवन होए तो किहड़ी आइटम्स नूं ऐड करना है, तो दूसरी चीज़ जे कैश बुक का बैलेंस या ओवरड्राफ्ट गिवन होए तो किहड़ी आइटम्स नूं माइनस करना है। हुण इंपॉर्टेंट चीज़ लास्ट दे विच तुहाडे कोल की आएगा, बैलेंस या फिर ओवरड्राफ्ट आएगा एज पर पासबुक। जो कैश बुक तो शुरू करोगे तो जिहड़ा लास्ट दे विच प्लस माइनस करके चीज़ आएगी वो एज पर पासबुक आएगी, ये चीज़ याद रखना। ठीक है, हुण इंपॉर्टेंट चीज़ कि जो थोड़ा प्लस कॉलम ग्रेटर दैन है माइनस कॉलम तो, जो थोड़ी प्लस वाली साइड आ वाली साइड आ प्लस साइड ज़्यादा है माइनस वाली साइड तो थोड़े कोल की निकल के आएगा, वो चीज़ तुहानूं पता होनी चाहिए। उहदे तो भी क्वेश्चन बनता है कि अगर प्लस बैलेंस ज़्यादा है माइनस बैलेंस तो इहदा मतलब की है तुहाडे पासबुक दे विच फेवरेबल बैलेंस है। बैलेंस एज पर पासबुक मतलब पॉजिटिव बैलेंस। बार बार कह रही हूँ, फेवरेबल नहीं भी लिखा हो सकता, सिर्फ बैलेंस लिखा होए तां भी तुहानूं पता होना चाहिए वो पॉजिटिव बैलेंस है। पर एज पर पासबुक कैश बुक तो शुरू किया प्लस माइनस करके थोड़ी प्लस साइड ज़्यादा आ रही है माइनस साइड तो थोड़ा रिजल्ट की होएगा बैलेंस एज पर पासबुक। बट दूजी चीज़ अगर थोड़ा माइनस बैलेंस, इत्थे गलती नाल माइनस लिख दिता है मैं, प्लस करना इत्थे प्लस, जे थोड़ा प्लस कॉलम लैस दैन है माइनस कॉलम तो इहदा मतलब की है तुहाडे कोल ओवरड्राफ्ट है एज पर पासबुक, तुहाडा बैलेंस जिहड़ा है वो नैगेटिव है। आई होप तुहानूं ये सारी चीज़ां क्लीयर है, कैश बुक के बैलेंस के अकॉर्डिंग की चीज़ प्लस करनी है, की चीज़ माइनस करनी है। हुण आपां करांगे कुछ MCQs प्रैक्टिस, ठीक है, तुहाडे बैटर अंडरस्टैंडिंग लई। फर्स्ट क्वेश्चन देखो साडे कोल है, वाइल प्रिपेयरिंग BRS, आपां BRS बना रहे हैं तो असी कैश बुक के बैलेंस तो स्टार्ट किया है, बैलेंस तो मतलब पॉजिटिव तो। हाउ विल यू ट्रीट चैक इशूड बट नॉट गेट प्रेजेंटेड। तुसी सब तो पहला लॉजिक बिठाओ अपना कि कैश बुक के बैलेंस तो स्टार्ट किया मतलब प्लस वाला बैलेंस है ना। हुण चैक नूं इशू कर दिता, तुसी इशू कर दिता, तुसी उहनूं माइनस कर दिता अपने बैलेंस दे विचों, पर बैंक दे विच हजे प्रेजेंट नहीं होया तो पासबुक का बैलेंस तो उन्ना ही शो किया जा रहा है जिन्ना पहला सी, पर कैश बुक का बैलेंस डिक्रीज हो गया। पासबुक का बैलेंस तो हायर ही शो किया जाएगा ना, हुण कंपेयर करोगे तो जिन्ना सीगा उन्ना ही, पर हुण तुसी कैश बुक का बैलेंस शो चीज़ माइनस कर दी, कैश बुक का बैलेंस डिक्रीज हो गया। तुसी हुण उस चीज़ नूं पासबुक दे इक्वल लैके आना है, तां तुसी दोबारा तो जिहड़ी चीज़ माइनस की है उन्होंने की कर दोगे, प्लस कर दोगे, क्योंकि वो हजे तक बैंक दे विच प्रेजेंट नहीं है।
ਤਾਂ ਤੁਸੀਂ ਇਹਨੂੰ ਕੀ ਕਰੋਗੇ, ਐਡ ਕਰੋਗੇ, ਬਾਕੀ ਸਬਟਰੈਕਟ ਨਹੀਂ ਕਰੋਗੇ, ਇਗਨੋਰ ਤਾਂ ਕਰਨਾ ਹੀ ਨਹੀਂ ਹੈ, ਨਨ ਆਫ ਦਾ ਅਬਵ ਹੋ ਨਹੀਂ ਸਕਦਾ, ਤਾਂ ਤੁਸੀਂ ਇਹਨੂੰ ਐਡ ਕਰੋਗੇ। ਐਕਸਪਲੇਨੇਸ਼ਨ ਦੇ ਵਿੱਚ ਵੀ ਮੈਂ ਇਹੀ ਚੀਜ਼ ਲਿਖੀ ਹੈ, ਪੜ੍ਹ ਲੈਂਦੇ ਹਾਂ। In cash book, the balance is already reduced, but since the check has not yet been presented, कि हजे तक चेक ਨੂੰ ਪ੍ਰੈਜ਼ੈਂਟ ਨਹੀਂ ਕੀਤਾ ਗਿਆ ਬੈਂਕ ਦੇ ਵਿੱਚ, ਪਾਸਬੁੱਕ ਦਾ ਬੈਲੈਂਸ ਜ਼ਿਆਦਾ ਸ਼ੋ ਕੀਤਾ ਜਾ ਰਿਹਾ ਹਜੇ ਵੀ, ਇਸ ਕਰਕੇ ਪਾਸਬੁੱਕ ਦੇ ਬੈਲੈਂਸ ਨਾਲ ਮੈਚ ਕਰਨ ਵਾਸਤੇ ਤੁਸੀਂ ਆਪਣੇ ਕੈਸ਼ ਬੁੱਕ ਦੇ ਵਿੱਚ ਉਹ ਚੀਜ਼ ਦੁਬਾਰਾ ਤੋਂ ਐਡ ਬੈਕ ਕਰ ਦੋਗੇ ਨੀਲ ਇਫੈਕਟ ਸ਼ੋ ਕਰਨ ਲਈ। ਠੀਕ ਹੈ, ਹੁਣ ਮੈਂ ਅਗਰ ਐਗਜ਼ਾਮਪਲ ਦੇਵਾਂ ਤੁਹਾਨੂੰ ਕਿ ਤੁਹਾਡਾ ਪੋਜ਼ਿਟਿਵ ਬੈਲੈਂਸ ਸੀਗਾ ਕੈਸ਼ ਬੁੱਕ ਦਾ 10,000, ठीक है, तुसी चैक्स इशू किए 5,000 ਦੇ, ਤੁਸੀਂ 5,000 ਮਾਈਨਸ ਕਰ ਦਿੱਤਾ, ਹੁਣ ਬੈਲੈਂਸ ਕਿੰਨਾ ਹੈ 5,000। ਇਹਦਾ ਮਤਲਬ ਕਿ ਕੀ ਹੈ, ਪਾਸਬੁੱਕ ਦੇ ਵਿੱਚ ਤਾਂ ਹਜੇ ਵੀ 10,000 ਹੀ ਹੈ ਨਾ, ਤੇ ਤੁਸੀਂ ਆ ਜਿਹੜਾ 5,000 ਮਾਈਨਸ ਕੀਤਾ ਇਹਨੂੰ ਦੁਬਾਰਾ ਤੋਂ ਐਡ ਬੈਕ ਕਰ ਦੋਗੇ, ਤੁਹਾਡਾ ਨੀਲ ਇਫੈਕਟ ਆ ਜਾਏਗਾ, ਦੁਬਾਰਾ ਤੋਂ ਤੁਸੀਂ 10,000 ਦੇ ਉੱਤੇ ਪਹੁੰਚ ਜਾਓਗੇ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਨੈਕਸਟ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਇਫ ਅ ਚੈੱਕ ਡਿਪੋਜ਼ਿਟ ਇਜ਼ ਨੋਟ ਯੈਟ ਕਲੈਕਟਡ ਬਾਈ ਬੈਂਕ, ਚੈੱਕ ਡਿਪੋਜ਼ਿਟ ਕਰਵਾ ਦਿੱਤਾ ਗਿਆ ਬੈਂਕ ਦੇ ਵਿੱਚ ਪਰ ਬੈਂਕ ਨੇ ਉਹਨੂੰ ਹਜੇ ਕਲੈਕਟ ਨਹੀਂ ਕੀਤਾ, ਤੇ ਆਪਾਂ ਸਟਾਰਟ ਕਰ ਰਹੇ ਕੈਸ਼ ਬੁੱਕ ਦੇ ਬੈਲੈਂਸ ਤੋਂ, ਬੈਲੈਂਸ ਮਤਲਬ ਪੋਜ਼ਿਟਿਵ ਬੈਲੈਂਸ ਤੋਂ, ਤਾਂ ਸਾਨੂੰ ਕੀ ਕਰਨਾ ਚਾਹੀਦਾ, ਐਡ, ਸਬਟਰੈਕਟ, ਇਗਨੋਰ ਜਾਂ ਫਿਰ ਮਲਟੀਪਲਾਈ। ਤਾਂ ਦੇਖੋ ਪਹਿਲਾਂ ਲੌਜਿਕ ਦੇਖਦੇ ਹਾਂ ਕਿ ਚੈੱਕ ਡਿਪੋਜ਼ਿਟ ਹੋ ਗਏ, ਤੁਹਾਨੂੰ ਕਿਸੇ ਸਪਲਾਇਰ ਨੇ ਚੈੱਕ ਦਿੱਤਾ, ਠੀਕ ਹੈ, ਪੇਮੈਂਟ ਵਾਸਤੇ, ਤੁਸੀਂ ਉਸੇ ਟਾਈਮ ਕੈਸ਼ ਬੁੱਕ ਦੇ ਵਿੱਚ ਤੁਹਾਨੂੰ ਤਾਂ ਇਹੀ ਲੱਗੂਗਾ ਨਾ ਕਿ ਹੁਣ ਮੈਨੂੰ ਚੈੱਕ ਰਿਸੀਵ ਹੋ ਗਿਆ, ਇਹਦਾ ਮਤਲਬ ਮੈਨੂੰ ਪੇਮੈਂਟ ਵੀ ਰਿਸੀਵ ਹੋ ਗਈ ਹੈ, ਤਾਂ ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ ਐਡ ਕਰ ਦਿੱਤਾ। ਠੀਕ ਹੈ, ਪਰ ਪਾਸਬੁੱਕ ਵਾਲਿਆਂ ਨੇ ਹਜੇ ਉਹ ਮਤਲਬ ਬੈਂਕ ਵਾਲਿਆਂ ਨੇ ਹਜੇ ਪਾਸਬੁੱਕ ਦੇ ਵਿੱਚ ਉਹ ਚੀਜ਼ ਕੀਤਾ ਹੀ ਨਹੀਂ ਕੁਝ, ਮਤਲਬ ਉਹਨੂੰ ਕਲੈਕਟ ਹੀ ਨਹੀਂ ਕੀਤਾ, ਤਾਂ ਪਾਸਬੁੱਕ ਦਾ ਬੈਲੈਂਸ ਤਾਂ ਉਨਾ ਹੀ ਸ਼ੋ ਹੋ ਰਿਹਾ, ਕੈਸ਼ ਬੁੱਕ ਦਾ ਬੈਲੈਂਸ ਹਾਈ ਸ਼ੋ ਕੀਤਾ ਜਾ ਰਿਹਾ, ਪਾਸਬੁੱਕ ਦਾ ਬੈਲੈਂਸ ਉਨਾ ਹੀ ਹੈ, ਮਤਲਬ ਡਿਕਰੀਜ਼ ਹੈ, ਇਸ ਤੋਂ ਤਾਂ ਘੱਟ ਹੀ ਹੈ ਨਾ, ਲੈਸ ਦੈਨ ਪਾਸਬੁੱਕ। ਤਾਂ ਤੁਸੀਂ ਕੈਸ਼ ਬੁੱਕ ਨੂੰ ਇਹਦੇ ਨਾਲ ਮੈਚ ਕਰਨ ਲਈ ਜੋ ਚੀਜ਼ ਐਡ ਕੀਤੀ ਉਹਨੂੰ ਦੁਬਾਰਾ ਤੋਂ ਮਾਈਨਸ ਕਰ ਦੋਗੇ ਕਿ ਹਜੇ ਤੱਕ ਕਲੈਕਟ ਹੀ ਨਹੀਂ ਕੀਤਾ ਗਿਆ, ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ ਸਬਟਰੈਕਟ। ਦੇਖ ਲੈਂਦੇ ਹਾਂ ਬੀ, ਸਬਟਰੈਕਟ, ਕਿ ਇਨ ਦਾ ਕੈਸ਼ ਬੁੱਕ, ਐਕਸਪਲੇਨੇਸ਼ਨ 'ਚ ਵੀ ਇਹੀ ਮੈਂ ਲਿਖਿਆ, ਇਨ ਕੈਸ਼ ਬੁੱਕ ਵੀ ਹੈਵ ਆਲਰੇਡੀ ਇਨਕਰੀਜ਼ ਦਾ ਬੈਂਕ ਬੈਲੈਂਸ, ਅਸੀਂ ਕੈਸ਼ ਬੁੱਕ ਦੇ ਵਿੱਚ ਬੈਂਕ ਕਾਲਮ ਦੇ ਵਿੱਚ ਉਹ ਚੀਜ਼ ਐਡ ਕਰ ਚੁੱਕੇ ਹਾਂ ਕਿ ਸਾਨੂੰ ਪੇਮੈਂਟ ਰਿਸੀਵ ਹੋ ਚੁੱਕੀ ਹੈ, ਪਰ ਚੈੱਕ ਬੈਂਕਸ ਨੇ ਉਹ ਕਲੈਕਟ ਹੀ ਨਹੀਂ ਕੀਤੇ। ਠੀਕ ਹੈ, ਪਾਸਬੁੱਕ ਦਾ ਉਨਾ ਹੀ ਬੈਲੈਂਸ ਹੈ, ਤਾਂ ਜੇ ਆਪਾਂ ਕੈਸ਼ ਬੁੱਕ ਨੂੰ ਪਾਸਬੁੱਕ ਦੇ ਨਾਲ ਮੈਚ ਕਰਨ ਵਾਸਤੇ ਉਹ ਚੀਜ਼ ਮਾਈਨਸ ਕਰ ਦੇਵਾਂਗੇ। ਆਈ ਹੋਪ ਸੈਕਿੰਡ ਕੁਐਸਚਨ ਵੀ ਤੁਹਾਨੂੰ ਕਲੀਅਰ ਹੈ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਇੰਟਰਸਟ ਕ੍ਰੈਡਿਟਡ ਬਾय ਬੈਂਕ बट नॉट रिकॉर्डेड इन कैश बुक, स्टार्टिंग फ्रॉम कैश बुक। ठीक है, आप अज सारे कैश बुक वाले क्वेश्चन ही रिवाइज करांगे, कल वाली क्लास दे विच आपां सिर्फ पासबुक वाला करांगे। हुण इंटरस्ट क्रेडिट हो गया तुहाडे बैंक वालों तुहाडी पासबुक दे विच, इहदा मतलब की है पासबुक का बैलेंस हो गया इनक्रीज, कैश बुक नूं हजे तुसीं रिकॉर्ड ही नहीं किया, तां पासबुक के बैलेंस नाल मैच करन वास्ते तुसीं आ जिहड़ा इंटरस्ट क्रेडिट किया है बैंक ने तुहाडे अकाउंट दे विच उहनूं प्लस कर दोगे कैश बुक दे विच, तो हुण इहदा आंसर की हो जाएगा ऐड। तुसी ऐड करोगे, सबट्रैक्ट करोगे, नो इफेक्ट, नन ऑफ अबव, पहला तो सी और डी एलिमिनेट ही कर दो, सबट्रैक्ट आप करना ही नहीं, लॉजिक आप देखा प्लस करना है, तो यदा आंसर ए हो जाएगा। तो ऐड करोगे, एक्सप्लेनेशन दे विच भी मैं ये चीज़ लिखी है, बैंक हैज़ एडेड इंटरस्ट इन योर पासबुक, और पासबुक का बैलेंस ज़्यादा शो किया जा रहा, बट कैश बुक डज नॉट शो इट, कैश बुक के शो ही नहीं किया जा रहा, तो तुसी उस चीज़ को ऐड कर दोगे जो तुसी BRS बनाओगे। आई होप तुहानूं थर्ड क्वेश्चन भी क्लीयर है। नैक्सट क्वेश्चन है साडे कोल, बैंक चार्जिस डेबिटेड बाय द बैंक, बैंक चार्जिस बैंक ने कट ले। ठीक है, डेबिट करते, डेबिट मतलब निकाल ले तुहाडे अकाउंट के विचों, हुण तुसी वो चीज़ रिकॉर्ड नहीं की, तो असीं कैश बुक तो स्टार्ट कर रहे हैं। हुण देखो लॉजिक, पासबुक ने पासबुक के विच तुहाडे बैंक ने उन्होंने माइनस कर दिता, पासबुक का बैलेंस डिक्रीज हो गया, कैश बुक का बैलेंस उन्ना ही है, इट मीनस कैश बुक का बैलेंस मोर दैन है पासबुक दे। हुण असी पासबुक ते जाना है, जो चीज़ पासबुक दे विच माइनस हो रही है असी भी कैश बुक दे विचों उन्होंने माइनस कर देवांगे, इस करके इस क्वेश्चन का आंसर हो जाएगा सबट्रैक्ट। इनू आपां सबट्रैक्ट करांगे। एक्सप्लेनेशन दे विच भी देख लो, बैंक हैज़ रिड्यूस द बैलेंस, बैंक ने पासबुक का बैलेंस रिड्यूस कर दिता, पर कैश बुक का बैलेंस हजे भी ज़्यादा शो किया जा रहा है, तो मैच करने वास्ते असी उन्होंने माइनस कर देवांगे। नैक्सट क्वेश्चन है, चैक ऑफ 2000 वॉज डिपॉजिटेड, चैक है जो 2000 का और डिपॉजिट किया गया
बट रोंगली ओमिटेड इन कैश बुक, ਉਹਨੂੰ ਕੈਸ਼ ਬੁੱਕ ਦੇ ਵਿੱਚ ਓਮਿਟ ਕਰ ਦਿੱਤਾ ਗਿਆ। ਅਗਰ ਆਪਾਂ ਕੈਸ਼ ਬੁੱਕ ਦੇ ਵਿੱਚੋਂ ਸਟਾਰਟ ਕਰ ਰਹੇ ਹਾਂ ਤਾਂ ਦੱਸੋ ਸਾਨੂੰ ਕੀ ਕਰਨਾ ਚਾਹੀਦਾ? ਐਡ ਕਰਨੇ ਚਾਹੀਦੇ 2000, ਸਬਟਰੈਕਟ ਕਰਨੇ ਚਾਹੀਦੇ 2000, ਜਾਂ ਇਗਨੋਰ ਕਰਨਾ ਚਾਹੀਦਾ ਜਾਂ ਐਡ ਕਰਨਾ ਚਾਹੀਦਾ 1000। ਹੁਣ ਦੇਖੋ ਅਗਰ ਮੰਨ ਲਓ ਬਸ ਹੁਣ ਇੱਥੇ ਅਮਾਊਂਟ ਦੇਤੀ, ਟ੍ਰਾਂਜੈਕਸ਼ਨ ਸੇਮ ਹੀ ਹੈ। ਚੈੱਕ ਨੂੰ ਡਿਪੋਜ਼ਿਟ ਕੀਤਾ ਗਿਆ ਬੈਂਕ ਦੇ ਵਿੱਚ, ਹੁਣ ਬੈਂਕ ਨੇ ਉਹਨੂੰ ਕਲੈਕਟ ਕਰ ਲਿਆ 2000 ਦਾ, ਤਾਂ ਪਾਸਬੁੱਕ ਦੇ ਵਿੱਚ ਇਨਕਰੀਜ਼ ਹੋ ਗਿਆ 2000 ਨਾਲ। ਕੈਸ਼ ਬੁੱਕ ਦੇ ਵਿੱਚ ਤੁਸੀਂ ਪਾਣਾ ਹੀ ਭੁੱਲ ਗਏ, ਓਮਿਟ ਕਰ ਦਿੱਤੀ ਉਹ ਚੀਜ਼ ਪੂਰੇ ਤਰੀਕੇ ਨਾਲ। ਕੈਸ਼ ਬੁੱਕ ਦਾ ਬੈਲੈਂਸ ਘੱਟ ਸ਼ੋ ਹੋ ਰਿਹਾ ਹੈ ਐਜ਼ ਕੰਪੇਅਰ ਟੂ ਪਾਸਬੁੱਕ। ਤਾਂ ਪਾਸਬੁੱਕ ਨਾਲ ਮੈਚ ਕਰਨ ਵਾਸਤੇ ਜਿਹੜਾ 2000 ਦਾ ਚੈੱਕ ਕਲੈਕਟ ਕੀਤਾ ਗਿਆ, ਡਿਪੋਜ਼ਿਟ ਕੀਤਾ ਗਿਆ ਬੈਂਕ ਦੇ ਵਿੱਚ, ਤੁਸੀਂ ਉਹਨੂੰ ਪਲੱਸ ਕਰ ਦੋਗੇ ਕੈਸ਼ ਬੁੱਕ ਦੇ ਵਿੱਚ। ਇਸ ਕਰਕੇ ਇਹਦਾ ਆਨਸਰ ਹੋ ਜਾਏਗਾ ਆਪਸ਼ਨ ਏ, at 2000 rupees, since the check is not entered in cash book but collected and recorded by bank in passbook, ਤਾਂ ਕਰਕੇ ਤੁਸੀਂ ਉਹਨੂੰ ਐਡ ਕਰ ਦੋਗੇ ਪਾਸਬੁੱਕ ਦੇ ਨਾਲ ਮੈਚ ਕਰਨ ਵਾਸਤੇ। ਆਈ ਹੋਪ ਕੁਐਸਚਨ ਨੰਬਰ 4 ਵੀ ਤੁਹਾਨੂੰ ਕਲੀਅਰ ਹੈ। ਨੈਕਸਟ ਦੇ ਚਲਦੇ ਹਾਂ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਕਹਿ ਰਿਹਾ a check of 5000 was issued and recorded in cash book। ਪਹਿਲਾਂ ਇੱਥੇ ਤੱਕ ਦਾ ਟ੍ਰੀਟਮੈਂਟ ਦੇਖ ਲੈਂਦੇ ਹਾਂ ਕਿ ਇੱਕ ਚੈੱਕ ਸੀ ਜੋ ਤੁਸੀਂ ਇਸ਼ੂ ਕੀਤਾ 5000 ਦਾ, ਔਰ ਤੁਸੀਂ ਉਹਨੂੰ ਉਸੇ ਟਾਈਮ ਕੈਸ਼ ਬੁੱਕ ਦੇ ਵਿੱਚ ਰਿਕਾਰਡ ਕਰ ਲਿੱਤਾ। ਮਤਲਬ ਤੁਸੀਂ ਪੇਮੈਂਟ ਕੀਤੀ, ਕਿਸੇ ਨੂੰ ਦਿੱਤਾ ਸੀਗਾ ਚੈੱਕ, ਕੈਸ਼ ਬੁੱਕ ਦਾ ਜਿੰਨਾ ਬੈਲੈਂਸ ਸੀ ਉਹਦੇ ਵਿੱਚੋਂ ਤੁਸੀਂ 5000 ਡਿਡਕਟ ਕਰ ਦਿੱਤਾ, ਮਾਈਨਸ ਕਰ ਦਿੱਤਾ, ਠੀਕ ਹੈ। ਬਟ ਅੱਗੇ ਕਹਿ ਰਿਹਾ ਬਟ ਵਾਸ ਲੋਸਟ ਇਨ ਟ੍ਰਾਂਜ਼ਿਟ, ਜਿਹਨੂੰ ਦਿੱਤਾ ਉਹਨੇ ਉਸ ਚੀਜ਼ ਨੂੰ ਗੁਮਾ ਦਿੱਤਾ, ਔਰ ਨੈਵਰ ਪ੍ਰੈਜ਼ੈਂਟਡ ਟੂ ਦਾ ਬੈਂਕ, ਔਰ ਬੈਂਕ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਹੀ ਨਹੀਂ ਕੀਤਾ ਗਿਆ। ਮਤਲਬ ਪਾਸਬੁੱਕ ਦੇ ਵਿੱਚ ਤਾਂ ਉਹਨੂੰ ਕੁਛ ਨਹੀਂ ਕੀਤਾ ਗਿਆ, ਜਦ ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ ਡਿਕਰੀਜ਼ ਕਰ ਦਿੱਤਾ, ਇਹਦਾ ਮਤਲਬ ਕੈਸ਼ ਬੁੱਕ ਦਾ ਬੈਲੈਂਸ ਤਾਂ ਡਿਕਰੀਜ਼ ਹੋ ਗਿਆ, ਪਾਸਬੁੱਕ ਦਾ ਬੈਲੈਂਸ ਓਨਾ ਹੀ ਹੈ ਜਿੰਨਾ ਸੀਗਾ, ਅਤੇ ਉਹ ਮਤਲਬ ਕੀ ਹੈ ਹਾਇਰ ਬੈਲੈਂਸ ਸ਼ੋ ਕਰ ਰਿਹਾ। ਅਤੇ ਹੁਣ ਉਹ ਚੀਜ਼ ਪ੍ਰੈਜ਼ੈਂਟ ਹੀ ਨਹੀਂ ਹੋਈ ਬੈਂਕ ਦੇ ਵਿੱਚ, ਵਰਡਿੰਗ ਚੇਂਜ ਕਰਤੀ, ਟ੍ਰਾਂਜੈਕਸ਼ਨ ਉਹੀ ਹੈ ਜੋ ਆਪਾਂ ਪਹਿਲਾ ਕੁਐਸਚਨ ਕੀਤਾ, ਠੀਕ ਹੈ। ਹੁਣ ਜੋ ਤੁਸੀਂ ਮਾਈਨਸ ਕਰ ਦਿੱਤਾ ਉਹਨੂੰ ਦੁਬਾਰਾ ਤੋਂ ਕੀ ਕਰ ਦੋਗੇ, ਐਡ ਬੈਕ ਕਰ ਦੋਗੇ, ਕਿਉਂਕਿ ਤੁਸੀਂ ਉਹਨੂੰ ਮੈਚ ਕਰਨਾ ਹੈ ਪਾਸਬੁੱਕ ਦੇ ਨਾਲ, ਕਿਉਂਕਿ ਪਾਸਬੁੱਕ ਦਾ ਬੈਲੈਂਸ ਹਾਈ ਸ਼ੋ ਕੀਤਾ ਜਾ ਰਿਹਾ, ਇਨਕਰੀਜ਼ ਹੋ ਗਿਆ, ਇਨਕਰੀਜ਼ਿੰਗ ਸ਼ੋ ਕਰ ਰਿਹਾ, ਇਸ ਕਰਕੇ ਤੁਸੀਂ ਉਹਨੂੰ ਐਡ ਬੈਕ ਕਰ ਦੋਗੇ। ਤਾਂ ਇਹਦਾ ਆਨਸਰ ਹੋ ਜਾਏਗਾ ਆਪਸ਼ਨ ਏ, ਐਡ 5000 ਰੁਪੀਜ਼। ਐਕਸਪਲੇਨੇਸ਼ਨ ਦੇ ਵਿੱਚ ਵੀ ਇਹੀ ਚੀਜ਼ ਐਡ ਕੀਤੀ ਹੈ, ਦਾ ਅਮਾਊਂਟ ਇਜ਼ ਆਲਰੇਡੀ ਡਿਡਕਟਿਡ ਇਨ ਕੈਸ਼ ਬੁੱਕ ਬਟ ਨਾਟ ਯੈਟ ਪ੍ਰੈਜ਼ੈਂਟਡ ਟੂ ਦਾ ਬੈਂਕ, ਸੋ ਬੈਂਕ ਬੈਲੈਂਸ ਇਜ਼ ਹਾਇਰ, ਇਸ ਕਰਕੇ ਬੈਂਕ ਬੈਲੈਂਸ ਦੇ ਨਾਲ ਮੈਚ ਕਰਨ ਵਾਸਤੇ ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ ਦੁਬਾਰਾ ਤੋਂ ਐਡ ਬੈਕ ਕਰ ਦੇਵੋਗੇ। ਨੈਕਸਟ ਕੁਐਸਚਨ ਆਉਂਦਾ ਸਾਡੇ ਕੋਲ ਕੁਐਸਚਨ ਨੰਬਰ 6। A bills receivable for 8,000 rupees was discounted with the bank। ਇੱਕ ਬਿਲ ਰਿਸੀਵੇਬਲ ਸੀਗਾ ਜੋ ਡਿਸਕਾਊਂਟ ਕੀਤਾ ਜਾਣਾ ਸੀ ਬੈਂਕ ਦੇ ਨਾਲ, ਠੀਕ ਹੈ। ਇਹਦਾ ਮਤਲਬ ਤੁਹਾਨੂੰ ਪਤਾ ਤੁਹਾਨੂੰ ਪੇਮੈਂਟ ਰਿਸੀਵ ਹੋਣੀ ਹੈ 8000 ਦੀ, ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ ਉਸੇ ਟਾਈਮ ਰਿਕਾਰਡ ਕਰ ਦਿੱਤਾ 8000 ਪਲੱਸ ਕਰਕੇ, ਠੀਕ ਹੈ। ਅਤੇ ਪਾਸਬੁੱਕ ਦਾ ਟ੍ਰੀਟਮੈਂਟ ਆਪਾਂ ਦੇਖਦੇ ਹਾਂ। ਦ ਬਿੱਲ ਵਾਸ ਡਿਸਓਨਰਡ, ਬਿੱਲ ਡਿਸਓਨਰਡ ਹੋ ਗਿਆ, ਜਿਨ੍ਹਾਂ ਨੇ ਤੁਹਾਨੂੰ ਪੇਮੈਂਟ ਕਰਨੀ ਸੀਗੀ ਉਹ ਐਕਚੁਅਲ ਦੇ ਵਿੱਚ ਉਹਨਾਂ ਨੇ ਪੇਮੈਂਟ ਕੀਤੀ ਹੀ ਨਹੀਂ, ਅਤੇ ਡਿਸਓਨਰਡ ਦੀ ਐਂਟਰੀ ਸਿਰਫ ਔਰ ਸਿਰਫ ਆਪਾਂ ਬੈਂਕ ਦੇ ਵਿੱਚ ਪਾਈ, ਮਤਲਬ ਜੋ ਚੀਜ਼ ਐਡ ਕੀਤੀ ਤੁਸੀਂ ਉਹਨਾਂ ਨੇ ਉਹ ਚੀਜ਼ ਡਿਸਓਨਰਡ ਕਰਕੇ ਮਾਈਨਸ ਕਰ ਦਿੱਤੀ। 8000 ਐਡ ਕੀਤਾ ਨਾ ਪਾਸ ਰਿਸੀਵ ਹੋਇਆ ਜਿਹੜਾ ਬਿਲਸ ਰਿਸੀਵੇਬਲ, ਅਤੇ ਫਿਰ ਤੋਂ ਉਹ ਡਿਸਓਨਰਡ ਹੋ ਗਿਆ, ਮਤਲਬ ਉਹਨਾਂ ਨੇ ਪੇਮੈਂਟ ਕੀਤੀ ਹੀ ਨਹੀਂ, ਅਤੇ 8000 ਉਹਨਾਂ ਨੇ ਮਾਈਨਸ ਕਰ ਦਿੱਤਾ, ਅਤੇ ਪਾਸਬੁੱਕ ਦਾ ਬੈਲੈਂਸ ਜਿੰਨਾ ਸੀ ਓਨਾ ਹੀ ਹੈ। ਇਨ ਕੈਸ਼ ਬੁੱਕ what adjustment is needed while preparing BRS from cash book। ਕੈਸ਼ ਬੁੱਕ ਤੋਂ BRS ਬਣਾ ਰਹੇ ਹੋ ਤਾਂ ਤੁਸੀਂ ਕੀ ਕਰੋਗੇ, ਜੋ ਤੁਸੀਂ ਐਡ ਕੀਤਾ ਹੁਣ ਉਹ ਡਿਸਓਨਰਡ ਹੋ ਗਿਆ, ਉਹ ਚੀਜ਼ ਪਾਸਬੁੱਕ ਨੇ ਰਿਕਾਰਡ ਕਰ ਲਿੱਤੀ, ਬੈਂਕ ਨੇ ਰਿਕਾਰਡ ਕਰ ਲਿੱਤੀ, ਬਟ ਤੁਸੀਂ ਉਹਦਾ ਕੁਛ ਨਹੀਂ ਕੀਤਾ ਡਿਸਓਨਰਡ। ਜਦੋਂ ਤੁਹਾਨੂੰ ਪਤਾ ਲੱਗਿਆ ਉਹ ਡਿਸਓਨਰਡ ਹੋਇਆ, ਫਿਰ ਤੁਸੀਂ ਉਹਨੂੰ ਮਾਈਨਸ ਕਰ ਦੋਗੇ 8000 ਦੇ ਨਾਲ, ਤਾਂ ਪਾਸਬੁੱਕ ਦਾ ਬੈਲੈਂਸ ਇਕੁਅਲ ਹੋ ਜਾਏਗਾ ਕੈਸ਼ ਬੁੱਕ ਦੇ ਬੈਲੈਂਸ ਤੋਂ। ਤਾਂ ਦੇਖ ਲਓ ਇਹਦਾ ਆਪਸ਼ਨ ਬੀ ਕਰੈਕਟ ਹੋ ਜਾਏਗਾ। ਐਕਸਪਲੇਨੇਸ਼ਨ ਵੀ ਦੇਖ ਲੈਂਦੇ ਇੱਕ ਵਾਰੀ। ਦ ਬੈਂਕ ਹੈਜ਼ ਆਲਰੇਡੀ ਡੈਬਿਟਡ, ਬੈਂਕ ਨੇ ਦੁਬਾਰਾ ਤੋਂ ਉਹਨੂੰ ਮਾਈਨਸ ਕਰ ਦਿੱਤਾ, ਮਤਲਬ ਡੈਬਿਟ ਕਰ ਦਿੱਤਾ ਡਿਸਓਨਰ ਅਮਾਊਂਟ ਨੂੰ, ਬਟ ਕੈਸ਼ ਬੁੱਕ ਨੇ ਹਜੇ ਵੀ ਹਾਇਰ ਬੈਲੈਂਸ ਸ਼ੋ ਕੀਤਾ ਜਾ ਰਿਹਾ, ਇਸ ਕਰਕੇ ਤੁਸੀਂ ਉਹਨੂੰ ਮਾਈਨਸ ਕਰ ਦੋਗੇ ਰੀਕਨਸਾਈਲ ਕਰਨ ਵਾਸਤੇ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਬੈਂਕ ਨੇ ਕ੍ਰੈਡਿਟ ਕਰ ਦਿੱਤੇ 1200 ਐਜ਼ ਇੰਟਰਸਟ ਔਨ ਇਨਵੈਸਟਮੈਂਟ ਤੁਹਾਡੇ ਅਕਾਊਂਟ ਦੇ ਵਿੱਚ। ਪਾਸਬੁੱਕ ਦੇ ਵਿੱਚ ਦੇਖ ਲੈਂਦੇ ਹਾਂ, ਪਾਸਬੁੱਕ ਦੇ ਵਿੱਚ ਉਹ ਚੀਜ਼ ਕ੍ਰੈਡਿਟ ਹੋ ਗਈ, ਮਤਲਬ ਪਲੱਸ ਹੋ ਗਈ 1200, ਬਟ ਇਟ ਵਾਜ਼ ਰੋਂਗਲੀ ਪੋਸਟਡ ਐਜ਼ ₹2100 ਇਨ ਕੈਸ਼ ਬੁੱਕ। ਕੈਸ਼ ਬੁੱਕ ਦੇ ਵਿੱਚ ਤੁਸੀਂ ਉਹਨੂੰ 2100 ਕਰਕੇ ਸ਼ੋ ਕਰ ਦਿੱਤਾ ਪਲੱਸ ਦੇ ਵਿੱਚ। ਹੁਣ ਕੈਸ਼ ਬੁੱਕ ਦਾ ਬੈਲੈਂਸ ਤਾਂ ਜ਼ਿਆਦਾ ਸ਼ੋ ਕਰ ਦਿੱਤਾ ਤੁਸੀਂ ਐਜ਼ ਕੰਪੇਅਰ ਟੂ ਪਾਸਬੁੱਕ। ਕਹਿੰਦੇ ਵਟ ਵਿਲ ਬੀ ਦ ਐਡਜਸਟਮੈਂਟ ਇਨ BRS ਅਗਰ ਤੁਸੀਂ ਕੈਸ਼ ਬੁੱਕ ਤੋਂ ਸਟਾਰਟ ਕਰੋਗੇ। ਪਹਿਲਾਂ ਇਹਦਾ ਡਿਫਰੈਂਸ ਦੇਖੋ ਕਿੰਨਾ ਅਮਾਊਂਟ ਤੁਸੀਂ ਜ਼ਿਆਦਾ ਪਾਇਆ, 2100 ਦੇ ਵਿੱਚੋਂ
2100 ਦੇ ਵਿੱਚੋਂ ਜਦੋਂ ਤੁਸੀਂ 1200 ਮਾਈਨਸ ਕਰੋਗੇ 0 ਔਰ ਇੱਥੇ ਆ ਜਾਏਗਾ 11 ਚੋਂ 2 ਗਏ 9, ਤੁਹਾਡੇ ਕੋਲ 900 ਜ਼ਿਆਦਾ ਤੁਸੀਂ ਪਾ ਦਿੱਤਾ ਕੈਸ਼ ਬੁੱਕ ਦੇ ਵਿੱਚ। ਜੋ ਅਮਾਊਂਟ ਤੁਸੀਂ ਜ਼ਿਆਦਾ ਪਾਈ ਹੈ ਉਹਨੂੰ ਤੁਸੀਂ ਮਾਈਨਸ ਕਰ ਦੋਗੇ ਕੈਸ਼ ਬੁੱਕ ਦੇ ਵਿੱਚ 900 ਦੇ ਨਾਲ, ਤਾਂ ਕਿ ਤੁਹਾਡਾ ਬੈਲੈਂਸ ਕੈਸ਼ ਬੁੱਕ ਦਾ ਇਕੁਅਲ ਆ ਜਾਵੇ ਪਾਸਬੁੱਕ ਦੇ। ਇਸ ਕਰਕੇ ਇਸ ਕੁਐਸਚਨ ਦਾ ਆਂਸਰ ਹੋ ਜਾਏਗਾ ਸਬਟ੍ਰੈਕਟ 900। ਦੇਖੋ ਵਰਡਿੰਗ ਤੁਹਾਨੂੰ ਪਤਾ ਹੋਣੀ ਚਾਹੀਦੀ, ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ। ਕ੍ਰੈਡਿਟ ਦਾ ਮਤਲਬ ਕੀ ਹੈ, ਡੈਬਿਟ ਦਾ ਮਤਲਬ ਕੀ ਹੈ, ਕੈਸ਼ ਬੁੱਕ ਦੇ ਅਕੋਰਡਿੰਗ ਉਹਦਾ ਮਤਲਬ ਕੀ ਹੈ, ਪਾਸਬੁੱਕ ਦੇ ਅਕੋਰਡਿੰਗ ਉਹਦਾ ਮਤਲਬ ਕੀ ਹੈ। ਤਾਂ ਜਿਨ੍ਹਾਂ ਨੂੰ ਇਹ ਬੇਸਿਕਸ ਕਲੀਅਰ ਹੈ ਉਹੀ ਇਹ ਚੈਪਟਰ ਨੂੰ ਅੱਛੇ ਤਰੀਕੇ ਨਾਲ ਕਰ ਸਕਦੇ ਨੇ। ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਡੈਬਿਟ ਕ੍ਰੈਡਿਟ ਕੀ ਹੈ ਤਾਂ ਉਹ ਇਸ ਕੁਐਸਚਨ ਨੂੰ ਕਿੱਦਾਂ ਸੋਲਵ ਕਰੋਗੇ। ਇਸ ਕਰਕੇ ਇਹਦਾ ਆਪਸ਼ਨ ਹੋ ਜਾਏਗਾ ਬੀ ਕਰੈਕਟ। ਐਕਸਪਲੇਨੇਸ਼ਨ ਦੇ ਵਿੱਚ ਵੀ ਇਹੀ ਚੀਜ਼ ਲਿਖੀ ਹੈ ਕਿ ਓਵਰਸਟੇਟ ਕਰ ਦਿੱਤਾ ਗਿਆ ਕੈਸ਼ ਬੁੱਕ ਦਾ ਬੈਲੈਂਸ। ਓਵਰਸਟੇਟ ਮਤਲਬ ਜ਼ਿਆਦਾ ਸ਼ੋ ਹੋ ਗਿਆ 900 ਦੇ ਨਾਲ, ਤਾਂ ਤੁਸੀਂ ਉਹਨੂੰ ਮਾਈਨਸ ਕਰ ਦੋਗੇ। ਨੈਕਸਟ ਕੁਐਸਚਨ ਹੈ The bank paid insurance premium 2500 on the behalf of firm ਦੇ behalf ਤੇ standing instructions ਕਰਕੇ ਆ standing instructions ਮੈਂ causes ਵਾਲੀ ਕਲਾਸ ਦੇ ਵਿੱਚ ਸਮਝਾਇਆ ਹੈ। ਉਹਨਾਂ ਨੇ ਪੇ ਕਰ ਦਿੱਤਾ ਬੈਂਕ ਨੇ ਤੁਹਾਡੇ behalf ਤੇ 2500 ਦਾ ਪ੍ਰੀਮੀਅਮ, ਪਰ ਕੋਈ ਵੀ ਐਂਟਰੀ ਕੈਸ਼ ਬੁੱਕ ਦੇ ਵਿੱਚ ਨਹੀਂ ਹੋਈ ਤੇ ਤੁਸੀਂ ਕੈਸ਼ ਬੁੱਕ ਤੋਂ ਸਟਾਰਟ ਕਰ ਰਹੇ ਹੋ। ਦੱਸੋ ਤੁਸੀਂ ਕੀ ਕਰੋਗੇ। ਦੇਖੋ ਜਦੋਂ ਤੁਸੀਂ ਸਟੈਂਡਿੰਗ ਇੰਸਟਰਕਸ਼ਨ ਦਿੱਤੀ ਹੋਈ ਹੈ ਬੈਂਕ ਨੂੰ ਤਾਂ ਪਾਸਬੁੱਕ ਦੇ ਵਿੱਚੋਂ ਉਹ ਚੀਜ਼ 2500 ਮਾਈਨਸ ਹੋ ਗਿਆ, ਪਾਸਬੁੱਕ ਦਾ ਬੈਲੈਂਸ ਡਿਕਰੀਜ਼ ਹੋ ਗਿਆ। ਕੈਸ਼ ਬੁੱਕ ਦੇ ਵਿੱਚ ਤੁਸੀਂ ਉਹ ਚੀਜ਼ ਨਹੀਂ ਕੀਤੀ, ਇਹਦਾ ਮਤਲਬ ਕੈਸ਼ ਬੁੱਕ ਦਾ ਬੈਲੈਂਸ ਜ਼ਿਆਦਾ ਹੈ ਐਜ਼ ਕੰਪੇਅਰ ਟੂ ਪਾਸਬੁੱਕ। ਹੁਣ ਉਹਨੂੰ ਮੈਚ ਕਰਨ ਵਾਸਤੇ ਤੁਸੀਂ ਉਸ ਚੀਜ਼ ਨੂੰ ਮਾਈਨਸ ਕਰ ਦੇਵੋਗੇ, ਤਾਂ ਤੁਸੀਂ ਸਬਟਰੈਕਟ ਕਰੋਗੇ 2500 ਰੁਪਏ ਆਪਣੇ ਕੈਸ਼ ਬੁੱਕ ਦੇ ਵਿੱਚੋਂ। ਤੇ ਐਕਸਪਲੇਨੇਸ਼ਨ 'ਚ ਵੀ ਮੈਂ ਇਹੀ ਲਿਖਿਆ ਬੈਂਕ ਨੇ ਡੈਬਿਟ ਕਰਦਾ ਪਰ ਕੈਸ਼ ਬੁੱਕ ਦੇ ਵਿੱਚ ਰਿਕਾਰਡ ਨਹੀਂ ਕੀਤਾ ਗਿਆ, ਇਸ ਕਰਕੇ ਤੁਸੀਂ ਉਹਨੂੰ ਮੈਚ ਕਰਨ ਵਾਸਤੇ ਮਾਈਨਸ ਕਰ ਦੋਗੇ, ਰੀਕਨਸਾਈਲ ਕਰਨ ਵਾਸਤੇ। Next और आज की क्लास का लास्ट क्वेश्चन, a check of 6000 deposited and credited by bank। ਚੈੱਕ ਡਿਪੋਜ਼ਿਟ ਕੀਤਾ ਗਿਆ 6000 ਦੇ ਨਾਲ ਤੇ ਉਹਨੂੰ ਕ੍ਰੈਡਿਟ ਕਰ ਦਿੱਤਾ ਤੁਹਾਡੇ ਬੈਂਕ ਨੇ। ਮਤਲਬ ਕੀ ਹੈ, ਤੁਸੀਂ ਚੈੱਕ ਤੁਹਾਨੂੰ ਰਿਸੀਵ ਹੋਇਆ ਸੀ, ਤੁਸੀਂ ਜਾ ਕੇ ਬੈਂਕ ਦੇ ਵਿੱਚ ਜਮ੍ਹਾਂ ਕਰਾਇਆ। ਦੇਖੋ ਸਾਰੇ ਕੁਐਸਚਨ ਸੇਮ ਹੈ, ਬਸ ਹਰ ਕੁਐਸਚਨ ਦੀ ਵਰਡਿੰਗ ਅਲੱਗ ਹੈ। ਇਸ ਕਰਕੇ ਮੈਂ ਤੁਹਾਨੂੰ ਹਰ ਅਲਟਰਨੇਟਿਵਸ ਦੇ ਨਾਲ ਕਰਵਾ ਰਹੀ ਹਾਂ ਤਾਂ ਕਿ ਤੁਹਾਡਾ ਕਿਸੇ ਵੀ ਤਰੀਕੇ ਨਾਲ ਕੁਐਸਚਨ ਗਲਤ ਨਾ ਹੋਵੇ। ਔਰ ਬੈਂਕ ਨੇ ਉਹਨੂੰ ਕਲੈਕਟ ਕਰਕੇ ਕ੍ਰੈਡਿਟ ਕਰ ਦਿੱਤਾ। ਕ੍ਰੈਡਿਟ ਮਤਲਬ ਪਾਸਬੁੱਕ ਦੇ ਵਿੱਚ ਉਹ ਬੈਲੈਂਸ ਕੀ ਹੋ ਗਿਆ, ਇਨਕਰੀਜ਼ ਹੋ ਗਿਆ 6000 ਦੇ ਨਾਲ, ਠੀਕ ਹੈ। ਬਟ ਰੋਂਗਲੀ ਐਂਟਰ ਟਵਾਈਸ ਇਨ ਕੈਸ਼ ਬੁੱਕ। ਕੈਸ਼ ਬੁੱਕ ਦੇ ਵਿੱਚ ਤੁਸੀਂ ਉਹਨੂੰ 2 ਵਾਰ ਪਾਤਾ। ਇਹਦਾ ਮਤਲਬ ਕਿ ਤੁਸੀਂ ਕੈਸ਼ ਬੁੱਕ ਦੇ ਵਿੱਚ ਉਹਨੂੰ 12000 ਦੇ ਨਾਲ ਪਾਤਾ। 2 ਵਾਰ ਮਤਲਬ ਟਵਾਈਸ ਮਤਲਬ 2 ਵਾਰ ਪਾਤਾ, ਤਾਂ 6000 ਇੱਕ ਵਾਰ 6000 ਇੱਕ ਵਾਰ, ਤਾਂ ਟੋਟਲ ਕਿੰਨਾ ਹੋਇਆ 12। ਤੁਸੀਂ ਕੈਸ਼ ਬੁੱਕ ਦੇ ਵਿੱਚ 12000 ਪਾ ਦਿੱਤਾ ਪਲੱਸ ਦੇ ਵਿੱਚ। ਹੁਣ ਦੇਖੋ ਕੈਸ਼ ਬੁੱਕ ਜ਼ਿਆਦਾ ਹੋ ਗਈ 6000 ਦੇ ਨਾਲ, ਪਾਸਬੁੱਕ ਤੋਂ 6000 ਦੇ ਨਾਲ ਜ਼ਿਆਦਾ ਹੋ ਗਈ, ਤਾਂ ਕਰਕੇ ਹੁਣ ਤੁਹਾਨੂੰ 6000 ਮਾਈਨਸ ਕਰਨੇ ਪਊਗੇ ਕਿ ਤੁਸੀਂ ਪਾਸਬੁੱਕ ਦੇ ਇਕੁਅਲ ਆ ਜਾਓ। ਤਾਂ ਤੁਸੀਂ ਮਾਈਨਸ ਕਰ ਦੋਗੇ 6000 ਜੋ ਤੁਸੀਂ ਦੁਬਾਰਾ 2 ਵਾਰ ਪਾ ਦਿੱਤਾ, ਉਹਨੂੰ ਸਬਟਰੈਕਟ ਕਰ ਦੋਗੇ। ਕੈਸ਼ ਬੁੱਕ ਹੈਜ਼ ਐਕਸਟਰਾ ਕ੍ਰੈਡਿਟ ਆਫ 6000 ਰੁਪੀਜ਼ ਕਿਉਂਕਿ 2 ਵਾਰ ਐਂਟਰ ਕਰ ਚੁੱਕੇ ਸੀਗੇ, ਇਸ ਕਰਕੇ ਓਵਰਸਟੇਟ ਹੋ ਰਿਹਾ ਸੀ। ਅਗਰ ਜਦੋਂ ਆਪਾਂ ਪਾਸਬੁੱਕ ਨਾਲ ਕੰਪੇਅਰ ਕੀਤਾ ਤਾਂ ਤੁਸੀਂ ਉਹਨੂੰ ਮਾਈਨਸ ਕਰ ਦੋਗੇ ਰੀਕਨਸਾਈਲ ਕਰਨ ਵਾਸਤੇ। ਸੋ ਇਹ ਸੀ ਲਾਸਟ ਕੁਐਸਚਨ। ਆਈ ਹੋਪ ਤੁਹਾਨੂੰ ਕੁਐਸਚਨ ਕਲੀਅਰ ਹੋਏਗਾ। ਕੁਐਸਚਨ ਕਾफ़ी अच्छा सी, वर्डिंग काफ़ी अच्छी है इस क्वेश्चन की जो मैं फ्रेम किया कि 6000 2 बार पा दिता तो ट्वाइस हो गया, मतलब 12000 हो गया। 6000 वध पै गया कैश बुक के विचों, हुण उस 6000 नूं तुहानूं माइनस करना पेगा। सो ये सी लास्ट क्वेश्चन अज की क्लास का। तो ये नाल साडी फस्ट अप्रोच कंप्लीट हुंदी है कैश बुक वाली कि अगर आप कैश बुक के बैलेंस तो शुरू करिए या ओवरड्राफ्ट के बैलेंस तो शुरू करिए तो प्लस माइनस की करांगे। जिन्हों आ क्लास समझ आ गई है कल वाली क्लास वो बस 2 मिनट का खेल होएगा क्योंकि बस रिवर्स करने हैं साइन, बाकी सब चीज़ा सेम है। आई होप तुहानूं अज की क्लास वधिया लगी हो। जे तुहानूं अज की क्लास वधिया लगी हो प्लीज़ चैनल को सबसक्राइब करना और वीडियो को वध तो वध शेयर और लाइक जरूर करना। ये नाल मेरा टैलीग्राम चैनल भी ज्वाइन कर लो फॉर रेगूलर अपडेट्स। प्लस अपना फीडबैक मैनू कमेंट सैक्शन दे विच जरूर दिया करो। तो मिलते हैं नैक्सट क्लास दे विच नैक्सट अप्रोच के नाल। थैंक यू सो मच।